ਆਪਣੇ ਆਪ ਨੂੰ ਦੇਖਣਾ ਸਾਨੂੰ ਲੱਗਦਾ ਹੈ ਕਿ ਅਸੀਂ ਅਗਰ ਇਕੱਲੇ ਹੋ ਗਏ ਤਾਂ ਸਾਡੀ ਜ਼ਿੰਦਗੀ ਦਾ ਮਾਇਨੇ ਕੀ ਹੋਏਗਾ, ਸਾਡਾ ਮਾਇਨੇ ਕੀ ਹੋਏਗਾ। ਸੋ ਅਸੀਂ ਉਸ ਚੀਜ਼ ਤੋਂ ਡਰਦੇ ਹਾਂ। ਪਰ ਲੋਨਲੀਨੈਸ ਇਹ ਹੈਗਾ ਕਿ ਦੇਖੋ ਜੋ ਜੋ ਤੁਸੀਂ ਪਹਿਨ ਰਹੇ ਹੋ, ਜੋ ਤੁਸੀਂ ਖਾ ਰਹੇ ਹੋ, ਜੋ ਤੁਸੀਂ ਕਰ ਰਹੇ ਹੋ, ਉਹ ਤੁਸੀਂ ਹਮੇਸ਼ਾ ਦੂਸਰੇ ਤੋਂ ਇੱਕ ਤਰ੍ਹਾਂ ਦੀ ਵੈਲੀਡੇਸ਼ਨ ਦੇ ਲਈ ਕਰ ਰਹੇ ਹੋ ਕਿ ਹਾਂ ਜੋ ਮੈਂ ਠੀਕ ਹਾਂ ਨਾ, ਜੋ ਮੈਂ ਕਰ ਰਹੀ ਠੀਕ ਆ, ਉਹ ਤੁਹਾਨੂੰ ਖੁਸ਼ੀ ਦੇ ਰਿਹਾ ਕਿ ਨਹੀਂ ਦੇ ਰਿਹਾ। ਪਰ ਅੰਦਰ ਤੁਸੀਂ ਆਪਣੀ ਤੁਹਾਡੀ ਸੋਚ, ਅਗਰ ਮੈਂ ਤੁਹਾਡੇ ਕੋਲ ਆਉਂਦੀ ਹਾਂ ਅਤੇ ਮੈਂ ਤੁਹਾਨੂੰ ਕਹਿੰਦੀ ਹਾਂ ਅੱਜ ਮੈਂ ਬਹੁਤ ਉਦਾਸ ਹਾਂ ਜਾਸਮੀਨ ਨਾ, ਤੁਸੀਂ ਕੀ ਕਹੋਗੇ ਚੱਲ ਡਿੰਪਲ ਕੋਈ ਆਪਾਂ ਬਾਹਰ ਚੱਲਦੇ ਹਾਂ। ਯੂ ਵਿਲ ਨਾਟ ਐਡਵਾਈਸ ਮੀ, ਤੁਹਾਡਾ ਪਹਿਲਾ ਗੋ ਟੂ ਨਹੀਂ ਹੋਏਗਾ ਕਿ ਡਿੰਪਲ ਥੋੜ੍ਹਾ ਜਿਹਾ ਆਪਣੇ ਨਾਲ ਟਾਈਮ ਸਪੈਂਡ ਕਰ। ਅਸੀਂ ਨਹੀਂ ਕਹਿੰਦੇ ਕਦੇ ਵੀ, ਅਸੀਂ ਕਹਿੰਦੇ ਨਹੀਂ ਕਿਉਂਕਿ ਇਹ ਸਾਨੂੰ ਦੱਸਿਆ ਹੀ ਨਹੀਂ ਜਾਂਦਾ, ਸਿਖਾਇਆ ਨਹੀਂ ਜਾਂਦਾ। ਇਹ ਬੜੀ ਵਾਰੀ ਸੁਸਾਇਟੀ ਇਹ ਟੈਗ ਲਗਾ ਦਿੰਦੀ ਹੈ ਵੀ ਇਹ ਤਾਂ ਹਮੇਸ਼ਾ ਇਕੱਲਾ ਹੀ, ਜਦੋਂ ਦੇਖੋ ਇਹ ਵਾਕ ਵੀ ਡਿੰਪਲ ਇਕੱਲੇ ਕਰਨ ਜਾਂਦਾ ਹੈ, ਇਹ ਮੂਵੀ ਵੀ ਇਕੱਲੇ ਦੇਖਣ ਜਾਂਦੀ ਹੈ, ਇਹ ਸ਼ਾਪਿੰਗ ਵੀ ਜਦੋਂ ਦੇਖੋ ਇਕੱਲੇ ਕਰ ਰਹੀ ਹੁੰਦੀ ਹੈ, ਲੱਗਦਾ ਬੜੀ ਇਕੱਲੀ ਹੈ ਜਾਂ ਬੜਾ ਇਕੱਲਾ ਹੈ। ਕਾਂਤ ਦੇ ਵਿੱਚ ਇਮੈਜਿਨ ਕਰੋ ਕਿ ਤੁਹਾਡਾ ਉਹ ਹਿੱਸਾ ਤੁਹਾਡੇ ਨਾਲ ਬੈਠਾ ਆ ਜੋ ਕਿ ਜਿਹਨੂੰ ਗੁੱਸਾ ਚੜ੍ਹਦਾ ਹਮੇਸ਼ਾ ਨਾ, ਛੋਟੀ ਛੋਟੀ ਗੱਲ ਤੋਂ ਗੁੱਸਾ ਚੜ੍ਹਦਾ। ਹੁਣ ਦੇਖੋ ਆਪਾਂ ਆਪਣੇ ਦੋਸਤਾਂ ਨੂੰ ਵੀ ਕਾਫੀ ਜਾਂ ਟੀ 'ਤੇ ਬੁਲਾਈਦਾ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰੀਦੀ ਆ। ਹੁਣ ਇਮੈਜਿਨ ਕਰੋ ਕਿ ਤੁਹਾਡਾ ਸਪੈਸ਼ਲ ਗੈਸਟ ਹੈ, ਤੁਸੀਂ ਆਪਣੇ ਆਪ ਨੂੰ ਤੁਸੀਂ ਕਾਫੀ 'ਤੇ ਬੁਲਾਇਆ। ਔਰ ਕਿਆ, ਔਰ ਇਮੈਜਿਨ ਕਰੋ ਕਿ ਉਹ ਇੱਕ ਫਰੈਂਡ ਹੈ ਜਿਹਨੇ ਤੁਹਾਨੂੰ ਹੁਣੀ ਫੋਨ ਕੀਤਾ ਹੈ ਔਰ ਕਿਹਾ ਮੈਨੂੰ ਬਹੁਤ ਗੁੱਸਾ ਆਇਆ ਇਸ ਵੇਲੇ ਆਇਆ, ਉਹਨੇ ਜੋ ਵੀ ਸਿਚੁਏਸ਼ਨ ਹੈਗੀ ਆ, ਔਰ ਤੁਸੀਂ ਉਸਨੂੰ ਕਿਹਾ ਕਿ ਦੈਟਸ ਓਕੇ, ਥੋੜ੍ਹੀ ਜਿਹੀ ਸ਼ਾਂਤ ਹੋ ਕੇ ਮੈਂ ਚਾਹ ਰੱਖਦੀ ਹਾਂ, ਆ ਕੇ ਆਪਾਂ ਗੱਲ ਕਰਦੇ ਹਾਂ, ਰਾਈਟ। ਐਂਡ ਦੈਨ ਉਸ ਆਪਣੇ ਪਾਰਟ ਦੇ ਨਾਲ ਉਸ ਹਿੱਸੇ ਦੇ ਨਾਲ ਗੱਲਬਾਤ ਕਰ ਕਿ ਚੱਲ ਦੱਸ ਹੁਣ ਤੈਨੂੰ ਗੁੱਸਾ ਆਇਆ, ਕਾਹਤੇ ਗੁੱਸਾ ਆਇਆ, ਤੂੰ ਹਮੇਸ਼ਾ ਇੱਦਾਂ ਹੀ ਗੁੱਸਾ ਕਰ ਲੈਂਦੀ ਹੈ ਛੋਟੀ ਛੋਟੀ ਕਿਸੇ ਦੀ ਗੱਲ ਕਹੇ 'ਤੇ ਨਾ, ਪਰ ਅਸਲ ਦੇ ਵਿੱਚ ਕੀ ਗੱਲ ਆ ਮੈਨੂੰ ਦੱਸ। ਅੱਛਾ ਡਿੰਪਲ, ਜਿਹੜੀ ਆਪਾਂ ਗੱਲ ਕਰਦੇ ਸੀਗੇ ਵੀ ਕਈ ਵਾਰੀ ਸਾਡੇ ਅੰਦਰ ਇੰਨਾ ਕੁਝ ਹੁੰਦਾ, ਬੜੀਆਂ ਸੱਟਾਂ ਹੁੰਦੀਆਂ, ਬੜੇ ਜ਼ਖਮ ਹੁੰਦੇ ਆ, ਅਸੀਂ ਸ਼ੋਅ ਨਹੀਂ ਕਰਦੇ ਕਿਸੇ ਜੀ। ਕੀ ਸਾਨੂੰ ਪ੍ਰੋਟੈਕਟ ਕਰਨਾ ਆਉਂਦਾ ਆਪਣੇ ਜ਼ਖਮਾਂ ਨੂੰ? ਹਰ ਪੱਖ ਨੂੰ ਮਿਲਦੀ ਹੈ ਆਵਾਜ਼, ਹੁੰਦਾ ਹੈ ਰੋਸ਼ਨੀ ਦਾ ਡਿੰਪਲ, ਬੜਾ ਹੀ ਪਿਆਰਾ ਟੌਪਿਕ ਹੈ ਅੱਜ ਦਾ, ਜਦੋਂ ਆਪਾਂ ਆਫ ਏਅਰ ਵੀ ਡਿਸਕਸ ਕਰ ਰਹੇ ਸੀਗੇ। ਜੀ। ਅਸੀਂ ਆਪਣੀ ਕੰਪਨੀ ਇੰਜੋਏ ਨਹੀਂ ਕਰਦੇ। ਜਦੋਂ ਵੀ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਕੁਝ ਚੰਗਾ ਕਰਨਾ ਹੈ, ਅਸੀਂ ਕੁਝ ਫਨ ਕਰਨਾ ਹੈ, ਅਸੀਂ ਕਿਤੇ ਘੁੰਮਣ ਜਾਣਾ ਹੈ, ਕੋਈ ਹਮੇਸ਼ਾ ਗੈਟ ਟੂਗੈਦਰ ਦਾ ਖਿਆਲ ਕਿਉਂ ਆਉਂਦਾ? ਕੀ ਅਸੀਂ ਆਪਣੇ ਆਪ ਨਾਲ ਸਮਾਂ ਬਿਤਾਉਣਾ ਭੁੱਲ ਗਏ ਹਾਂ? ਅਗਰ ਦੇਖਿਆ ਜਾਵੇ ਸ਼ੁਰੂਆਤ ਤੋਂ ਵਿੱਚੋਂ ਹੀ ਅਸੀਂ ਐਜ਼ ਹਿਊਮਨ ਬੀਇੰਗਸ ਨੈਚੁਰਲੀ ਹੀ ਹਾਰਡ ਵਾਇਰਡ ਹੈਗੇ ਹਾਂ ਕਨੈਕਸ਼ਨ ਦੇ ਲਈ। ਕਨੈਕਸ਼ਨ ਸਾਡਾ ਇੱਕ ਬਹੁਤ ਹੀ ਅਹਿਮ ਹਿੱਸਾ ਜ਼ਿੰਦਗੀ ਦਾ, ਜਿਹਦੇ ਬਗੈਰ ਅਸੀਂ ਨਹੀਂ ਜੀ ਸਕਦੇ। ਔਰ ਬਚਪਨ ਤੋਂ ਲੈ ਕੇ ਹੁਣ ਜਦੋਂ ਅਸੀਂ ਪੂਰੀ ਆਪਣੀ ਜ਼ਿੰਦਗੀ ਬਿਤਾਉਂਦੇ ਹਾਂ, ਅਸੀਂ ਰਿਸ਼ਤਿਆਂ ਦੇ ਨਾਲ ਜੁੜੇ ਹੋਏ ਹਾਂ। ਸਾਡੀ ਇੱਕ ਜ਼ਿੰਦਗੀ ਕਹਿ ਲਓ ਇੱਕ ਮਾਲਾ ਵਾਂਗੂ ਆ, ਜਿਹਦੇ ਵਿੱਚ ਹਰ ਇੱਕ ਮੋਤੀ ਅਲੱਗ ਅਲੱਗ ਰਿਸ਼ਤਾ ਲੈ ਕੇ ਆਉਂਦਾ ਆ। ਔਰ ਹਰ ਇੱਕ ਮੋਤੀ ਦੀ ਇੱਕ ਆਪਣੀ ਕਹਿ ਲਓ ਕਿ ਰੰਗ ਹੈ, ਆਪਣਾ ਇੱਕ ਢੰਗ ਹੈ, ਆਪਣੀ ਇੱਕ ਖੁਸ਼ਬੂ ਔਰ ਆਪਣਾ ਹੀ ਇੱਕ ਅਲੱਗ ਅੰਦਾਜ਼ ਹੈ ਜੋ ਕਿ ਸਾਡੀ ਜ਼ਿੰਦਗੀ ਦੇ ਵਿੱਚ ਰੰਗ ਭਰਦਾ ਹੈ ਨਾ। ਸੋ ਕਿਉਂਕਿ ਅਸੀਂ ਬਚਪਨ ਤੋਂ ਹੀ ਇਸ ਚੀਜ਼ ਦੇ ਨਾਲ ਇੰਨੇ ਜੁੜੇ ਹੋਏ ਹਾਂ ਕਿ ਉਸ ਤੋਂ ਅਲੱਗ ਹੋ ਕੇ ਇਕੱਲੇ ਆਪਣੇ ਆਪ ਨੂੰ ਦੇਖਣਾ ਸਾਨੂੰ ਲੱਗਦਾ ਹੈ ਕਿ ਅਸੀਂ ਅਗਰ ਇਕੱਲੇ ਹੋ ਗਏ ਤਾਂ ਸਾਡੀ ਜ਼ਿੰਦਗੀ ਦਾ ਮਾਇਨੇ ਕੀ ਹੋਏਗਾ, ਸਾਡਾ ਮਾਇਨੇ ਕੀ ਹੋਏਗਾ। ਸੋ ਅਸੀਂ ਉਸ ਚੀਜ਼ ਤੋਂ ਡਰਦੇ ਹਾਂ। ਔਰ ਕੁਛ ਅਫਕੋਰਸ ਜਦੋਂ ਅਸੀਂ ਜਿੱਦਾਂ ਵੱਡੇ ਹੁੰਦੇ ਹਾਂ, ਜਿਹੜੇ ਪਰਿਵਾਰ ਦੇ ਵਿੱਚ ਅਸੀਂ ਪੈਦਾ ਹੁੰਦੇ ਹਾਂ, ਉੱਥੇ ਦੇ ਜੋ ਸਾਡੇ ਐਕਸਪੀਰੀਅੰਸਿਸ ਹੁੰਦੇ ਨੇ, ਜੋ ਵੀ ਸਾਡੀ ਕੰਡੀਸ਼ਨਿੰਗ ਹੈਗੀ ਆ, ਉਹ ਬਹੁਤ ਡਿਪੈਂਡ ਕਰਦਾ ਆ ਕਿ ਅਸੀਂ ਵੱਡੇ ਹੋ ਕੇ ਕੀ ਆਪਣੀ ਕੰਪਨੀ ਨੂੰ ਇੰਜੋਏ ਕਰਦੇ ਹਾਂ, ਆਪਣੇ ਆਪ ਦੇ ਨਾਲ ਜੁੜਦੇ ਹਾਂ, ਜਾਂ ਅਸੀਂ ਆਪਣੇ ਆਪ ਤੋਂ ਪਰੇ ਹੋ ਕੇ ਦੂਸਰਿਆਂ ਦੇ ਨਾਲ ਜ਼ਿਆਦਾ ਜੁੜਦੇ ਹਾਂ, ਤਾਂ ਕਿ ਜੋ ਅੰਦਰ ਸਾਡੇ ਖਾਲੀਪਨ ਹੈ ਉਹ ਅਸੀਂ ਦੂਸਰਿਆਂ ਤੋਂ ਐਕਸਪੈਕਟ ਕਰਦੇ ਹਾਂ। ਡਿੰਪਲ, ਦੋ ਚੀਜ਼ਾਂ ਹੋ ਗਈਆਂ ਨਾ, ਦੋ ਟਰਮਸ ਹੋ ਗਈਆਂ, ਜਿਵੇਂ ਆਪਾਂ ਕਹਿੰਦੇ ਹਾਂ ਬੀਇੰਗ ਅਲੋਨ ਐਂਡ ਬੀਇੰਗ ਲੋਨਲੀ। ਜੀ। ਹੁਣ ਜੇ ਆਪਾਂ ਬੀਇੰਗ ਅਲੋਨ ਕਹਿੰਦੇ ਹਾਂ, ਜੇ ਆਪਾਂ ਇੱਕ ਲੇਮੈਨ ਦੀ ਭਾਸ਼ਾ ਸਮਝਾਉਣਾ ਹੈ ਨਾ, ਬੀਇੰਗ ਅਲੋਨ ਹੋ ਗਿਆ ਵੀ ਸੱਚਮੁੱਚ ਬੰਦਾ ਇਕੱਲਾ ਬੈਠਾ ਕਿਤੇ। ਜੀ। ਬੀਇੰਗ ਲੋਨਲੀ ਹੋ ਗਿਆ ਵੀ ਭਰੇ ਪੂਰੇ ਘਰ 'ਚ ਤਾਂ ਬੈਠਾ ਪਰ ਅੰਦਰ ਇਕੱਲਤਾ ਹੈ, ਅੰਦਰੋਂ ਇਕੱਲਾ ਹੈ। ਸੋ ਇਹਨਾਂ ਦੋਨਾਂ ਚੀਜ਼ਾਂ ਨੂੰ ਕਿਵੇਂ ਡਿਫਰੈਂਸ਼ੀਏਟ ਕੀਤਾ ਜਾਵੇ ਫਿਰ? ਜਿੱਦਾਂ ਤੁਸੀਂ ਕਿਹਾ ਹੈ, ਦੋਨੇ ਅਲੱਗ ਨੇ ਔਰ ਬਹੁਤ ਵੱਡਾ ਅੰਤਰ ਹੈ ਇਹਨਾਂ ਦੋਨਾਂ ਦੇ ਵਿੱਚ। ਦੇਖੋ ਇੱਕ ਤਾਂ ਅਗਰ ਤੁਸੀਂ ਪੂਰੇ ਤੁਹਾਡੇ ਅੰਦਰ ਜਿਹੜਾ ਗੇਜ਼ ਹੈਗਾ ਹੈ ਨਾ, ਜੇ ਤਾਂ ਤੁਸੀਂ ਹੁਣ ਇੱਥੇ ਬੈਠੇ ਆ
ਪੂਰਾ ਪਰਿਵਾਰ ਹੈ, ਫੈਮਿਲੀ ਫਰੈਂਡਸ ਗੈਦਰਿੰਗ ਹੈ, ਔਰ ਤੁਸੀਂ ਇਕੱਲੇ ਇਕਾਂਤ ਦੇ ਵਿੱਚ ਬੈਠ ਕੇ ਉਹਨਾਂ ਨੂੰ ਦੇਖ ਕੇ ਵੀ ਖੁਸ਼ ਹੈਗੇ ਹੋ, ਇਹਦਾ ਮਤਲਬ ਕਿ ਤੁਸੀਂ ਇਕੱਲੇ ਨਹੀਂ, ਤੁਸੀਂ ਤੁਹਾਡੀ ਇਕਾਂਤ ਦਾ ਜਿਹੜੀ ਹੈਗੀ ਆ ਅੰਦਰ ਦਾ ਇੱਕ ਤੁਹਾਡਾ ਇਕਾਗਰਪਨ ਜਿਹੜਾ ਹੈਗਾ ਆ, ਉਹ ਤੁਹਾਨੂੰ ਦੂਸਰਿਆਂ ਦੇ ਨਾਲ ਔਰ ਖੁਦ ਦੇ ਨਾਲ ਜੋੜ ਕੇ ਰੱਖਿਆ ਹੈ। ਤੁਸੀਂ ਖੁਸ਼ ਹੋ, ਤੁਹਾਨੂੰ ਇਹ ਨਹੀਂ ਕਿ ਤੁਹਾਨੂੰ ਕਿਸੇ ਹੋਰ ਤੋਂ ਖੁਸ਼ੀ ਚਾਹੀਦੀ ਹੈ, ਤੁਹਾਨੂੰ ਕਿਸੇ ਹੋਰ ਤੋਂ ਵੈਲੀਡੇਸ਼ਨ ਚਾਹੀਦੀ ਹੈ ਕਿ ਹਾਂ ਜੋ ਤੂੰ ਪਾਇਆ ਠੀਕ ਹੈ, ਜੋ ਤੂੰ ਖਾ ਰਿਹਾ ਠੀਕ ਹੈ, ਜੋ ਤੂੰ ਕਰ ਰਿਹਾ ਠੀਕ ਹੈ ਜਾਂ ਨਹੀਂ ਹੈਗਾ। ਸੋ ਉਹਦੇ ਲਈ ਤੁਹਾਨੂੰ ਕੋਈ ਖੁਸ਼ੀ ਜਾਂ ਗਮੀ ਦਾ ਕੋਈ ਅੰਤਰ ਨਹੀਂ ਹੈਗਾ। ਪਰ ਲੋਨਲੀਨੈਸ ਇਹ ਹੈਗਾ ਕਿ ਦੇਖੋ ਜੋ ਦੂਸਰੇ ਜੋ ਤੁਸੀਂ ਪਹਿਨ ਰਹੇ ਹੋ, ਜੋ ਤੁਸੀਂ ਖਾ ਰਹੇ ਹੋ, ਜੋ ਤੁਸੀਂ ਕਰ ਰਹੇ ਹੋ, ਉਹ ਤੁਸੀਂ ਹਮੇਸ਼ਾ ਦੂਸਰੇ ਤੋਂ ਇੱਕ ਤਰ੍ਹਾਂ ਦੀ ਵੈਲੀਡੇਸ਼ਨ ਦੇ ਲਈ ਕਰ ਰਹੇ ਹੋ ਕਿ ਹਾਂ ਜੋ ਮੈਂ ਠੀਕ ਹਾਂ ਨਾ, ਜੋ ਮੈਂ ਕਰ ਰਹੀ ਠੀਕ ਆ, ਉਹ ਤੁਹਾਨੂੰ ਖੁਸ਼ੀ ਦੇ ਰਿਹਾ ਕਿ ਨਹੀਂ ਦੇ ਰਿਹਾ। ਪਰ ਅੰਦਰ ਤੁਸੀਂ ਆਪਣੀ ਤੁਹਾਡੀ ਸੋਚ, ਤੁਹਾਡੇ ਜੋ ਮਹਿਸੂਸ ਤੁਸੀਂ ਕਰ ਰਹੇ ਹੋ, ਉਹ ਬਹੁਤ ਹੀ ਅਲੱਗ-ਅਲੱਗ ਨੇ। ਤੁਹਾਡੀ ਐਕਸ਼ਨਸ ਜੋ ਤੁਸੀਂ ਕਰ ਰਹੇ ਹੋ ਉਹਦੇ ਵਿੱਚ ਉਹ ਇੱਕ ਗਹਿਰਾਈ ਨਹੀਂ ਹੈ, ਉਹਦੇ ਵਿੱਚ ਤੁਹਾਡਾ ਜੋ ਰੂਪ ਰੰਗ ਜੋ ਮਹਿਕ ਉਹ ਨਹੀਂ ਛਲਕ ਰਿਹਾ, ਉਹਦੇ ਵਿੱਚ ਕੁਛ ਨਾ ਕੁਛ ਕਮੀ ਹੈ। there is a separation, you are not showing up as you। ਜਿੱਥੇ ਤੁਸੀਂ ਹੈਗੇ ਹੋ ਤੁਸੀਂ ਉੱਥੇ ਨਹੀਂ, ਤੁਹਾਡਾ ਦਿਮਾਗ ਕਿਤੇ ਹੋਰ ਹੋ ਨਾ। ਫਿਜ਼ੀਕਲੀ ਤੁਸੀਂ ਹੈਗੇ ਹੋ, ਉੱਥੇ ਕਰ ਰਹੇ ਹੋ ਜੋ ਤੁਹਾਡੀ ਰਿਕੁਆਇਰਮੈਂਟ ਹੈਗੀ ਆ ਕਰਨ ਦੀ, ਪਰ ਤੁਸੀਂ ਉੱਥੇ ਨਹੀਂ ਹੈਗੇ। ਓ ਵਾਓ, ਸੋ ਸਾਰਾ ਕੁਝ ਕਰਦੇ ਹੋਏ, ਆਪਣੇ ਘਰ 'ਚ ਬੈਠੇ ਹੋਏ, ਆਪਣੇ ਆਫਿਸ 'ਚ ਬੈਠੇ ਹੋਏ, ਰੂਟੀਨ ਦੇ ਕੰਮ ਕਰਦੇ ਹੋਏ ਵੀ ਇਨਸਾਨ ਇਕੱਲਾ ਹੋ ਸਕਦਾ ਅੰਦਰੋਂ। ਐਬਸੋਲੂਟਲੀ। ਔਰ ਤੁਸੀਂ ਜ਼ਿਆਦਾਤਰ ਨੋਟਿਸ ਵੀ ਕਰਦੇ ਹੋਵੋਗੇ ਕਿ ਅਗਰ ਤੁਹਾਨੂੰ ਇੱਕ ਮਨ ਦੇ ਵਿੱਚ ਅਨਈਜ਼ੀਨੈਸ ਰਹਿੰਦੀ ਹਮੇਸ਼ਾ, ਜੋ ਵੀ ਤੁਸੀਂ ਕਰਦੇ ਹੋ ਉਹਦੇ ਨਾਲ ਤੁਹਾਨੂੰ ਇੱਕ ਭਰਪੂਰਤਾ ਨਹੀਂ ਮਿਲ ਰਹੀ। ਤੁਹਾਨੂੰ ਹਮੇਸ਼ਾ ਇਹ ਹੁੰਦਾ ਕਿ ਓਕੇ ਆਹ ਮੈਂ ਕਰ ਲਿਆ, ਹੁਣ ਮੈਂ ਕੀ ਕਰਨਾ ਅੱਗੇ, ਹੁਣ ਆਹ ਪੰਨਾ ਮੇਰੀ ਜ਼ਿੰਦਗੀ ਦਾ ਖਤਮ ਹੋ ਗਿਆ, ਹੁਣ ਮੈਂ ਅੱਗੇ ਕੀ ਸ਼ੁਰੂ ਕਰਨਾ। ਅਗਰ ਤੁਸੀਂ 3-4 ਪ੍ਰੋਜੈਕਟ ਲਾਈਨ ਅਪ ਆਪਣੇ ਲਈ ਕੀਤੇ ਹੁੰਦੇ ਆ, ਤੁਸੀਂ ਦੂਸਰਿਆਂ ਨੂੰ ਅਗਰ ਕੋਈ ਕਿਸੇ ਦਾ ਵੀ ਫੋਨ ਆਉਂਦਾ ਤੁਸੀਂ ਉਹਨਾਂ ਨੂੰ ਹਾਂਜੀ, ਯੂ ਆਰ ਅ ਹਾਂਜੀ ਪਰਸਨ, ਯੂ ਆਰ ਆਲਵੇਜ਼ ਅ ਯੈਸ ਪਰਸਨ। ਇਹਦਾ ਮਤਲਬ ਕਿ ਕਿਹੜੀ ਉਹ ਚੀਜ਼ ਹੈ, ਕਿਹੜਾ ਉਹ ਗਮ ਹੈ, ਕਿਹੜਾ ਦੁੱਖ ਅੰਦਰ ਤੁਸੀਂ ਆਪਣੇ ਜਿਹੜਾ ਤੁਹਾਡੀ ਅਟੈਂਸ਼ਨ ਸੀ ਕਰ ਰਿਹਾ, ਪਰ ਤੁਸੀਂ ਉਸ ਤੋਂ ਦੂਰ ਭੱਜ ਰਹੇ ਹੋ। ਸੋ ਤੁਸੀਂ ਇਕੱਲੇ ਰਹਿਣ ਤੋਂ ਡਰਦੇ ਹੋ, ਇਹਦਾ ਮਤਲਬ ਇਕੱਲੇ ਰਹਿਣ ਤੋਂ ਡਰਦੇ ਹੋ, ਔਰ ਉਹਦੇ ਲਈ ਤੁਸੀਂ ਕੁਛ ਵੀ ਕਰੋਗੇ, ਕੋਈ ਵੀ ਡਿਸਟਰੈਕਸ਼ਨ ਲੱਭੋਗੇ। ਅਗਰ ਘਰ ਤੁਸੀਂ ਬੈਠੇ ਵੀ ਹੈਗੇ ਹੋ, ਤੁਹਾਡੇ ਕੋਲ ਟਾਈਮ ਹੈਗਾ ਵੀ ਆ, ਪਰ ਤੁਸੀਂ ਹਮੇਸ਼ਾ ਸੋਸ਼ਲ ਮੀਡੀਆ ਜਾਂ ਯੂ ਸਟਾਰਟ ਅ ਸ਼ੋ ਔਨ ਬਿੰਜ ਵਾਚਿੰਗ, ਤੁਹਾਡੀ ਹਮੇਸ਼ਾ ਇੱਕ ਮੂਵਮੈਂਟ ਹੈਗੀ ਆ, ਉਹਦੇ ਵਿੱਚ ਔਰ ਉਸ ਮੂਵਮੈਂਟ ਦੇ ਵਿੱਚ ਵੀ ਨਾਓ ਅਗੇਨ ਮੂਵਮੈਂਟ ਦੇ ਵਿੱਚ ਕੋਈ ਖਰਾਬੀ ਨਹੀਂ, ਪਰ ਉਸ ਮੂਵਮੈਂਟ ਦੇ ਵਿੱਚ ਠਹਿਰਾਵ ਨਹੀਂ ਹੈ, ਤੁਹਾਡੇ ਵਿੱਚ ਠਹਿਰਾਵ ਨਹੀਂ ਹੈ। ਇਹ ਟੈਗ ਲਗਾ ਦੇਣਾ ਕਿਸੇ ਨੂੰ ਵੇਖ ਕੇ, ਇਕੱਲੇ ਬੈਠਿਆਂ ਕਿਸੇ ਨੂੰ ਦੇਖ ਕੇ ਵੀ ਇਹ ਇਕੱਲਾ ਹੈ, ਪਹਿਲਾਂ ਤਾਂ ਇਹ ਟੈਗ ਲਗਾਉਣਾ ਛੱਡ ਦਈਏ ਡਿੰਪਲ, ਕਿਉਂਕਿ ਹੋ ਸਕਦਾ ਉਹ ਇਨਸਾਨ ਇਕੱਲਾ ਨਹੀਂ ਹੈ। ਹੋ ਸਕਦਾ ਹੈ ਕਿ ਜੇ ਮੇਰੇ ਵਰਗਾ ਇਨਸਾਨ ਕਿਸੇ ਨੂੰ ਦੇਖ ਕੇ ਕਹਿ ਰਿਹਾ ਵੀ ਉਹ ਹੋਏ ਤਾਂ ਇਕੱਲਾ ਮੂਵੀ ਦੇਖਣ ਆਇਆ, ਜਾਂ ਤਾਂ ਇਕੱਲਾ ਰੈਸਟੋਰੈਂਟ 'ਚ ਖਾਣਾ ਖਾ ਰਿਹਾ। ਮੈਂ ਭਰੇ ਪੂਰੇ ਪਰਿਵਾਰ 'ਚ ਬੈਠਿਆਂ ਵੀ ਹੋ ਸਕਦਾ ਅੰਦਰੋਂ ਇਕੱਲੀ ਹਾਂ ਜਾਂ ਇਕੱਲਾ, ਪਰ ਉਹ ਇਨਸਾਨ ਹੋ ਸਕਦਾ ਅੰਦਰੋਂ ਪੂਰਾ ਭਰਿਆ ਹੋਵੇ। ਪਰ ਸਾਡੀ ਸੁਸਾਇਟੀ ਦੇ ਵਿੱਚ ਡਿੰਪਲ ਅਜੇ ਵੀ ਬਹੁਤ ਜ਼ਿਆਦਾ ਨਹੀਂ ਹੈਗੀ ਇਹ ਕਾਮਨ ਚੀਜ਼ ਕਿ ਅਸੀਂ ਇਕੱਲੇ ਕਿਤੇ ਜਾਈਏ। ਜਦੋਂ ਵੀ ਅਸੀਂ ਘੁੰਮਣ ਦਾ ਇਰਾਦਾ ਕਰਦੇ ਹਾਂ, ਮੂਵੀ ਦੇਖਣ ਜਾਣਾ ਹੈ, ਤੁਸੀਂ ਰੈਸਟੋਰੈਂਟ 'ਚ ਖਾਣਾ ਖਾਣ ਜਾਣਾ, ਆਪਾਂ ਸੋਚਦੇ ਹਾਂ ਪਰਿਵਾਰ ਨੂੰ ਲੈ ਕੇ ਚੱਲੀਏ, ਫਰੈਂਡਸ ਨੂੰ ਲੈ ਕੇ ਚੱਲੀਏ। ਇਕੱਲੇ ਜਾਣ ਦਾ ਕੌਨਸੈਪਟ ਅਜੇ ਇੰਨਾ ਕਾਮਨ ਹੈ ਨਹੀਂ। ਇਹ ਨਹੀਂ ਕਹਾਂਗੇ ਵੀ ਜਾਂਦੇ ਨਹੀਂ, ਲੋਕ ਜਾਂਦੇ ਨੇ, ਲੇਕਿਨ ਕਾਮਨ ਨਹੀਂ ਹੈ। ਰੀਜ਼ਨ ਕੀ ਹੈ? ਕੋਈ ਸੋਸਾਈਟਲ ਪ੍ਰੈਸ਼ਰ ਹੈ ਕਿ ਸਾਡੇ ਅੰਦਰ ਕਿਉਂ ਨਹੀਂ ਹਿੰਮਤ ਪੈਂਦੀ ਇਕੱਲੇ ਜਾਣ ਦੀ? ਜਿੱਦਾਂ ਤੁਸੀਂ ਕਿਹਾ ਕਿ ਇਹ ਇੱਕ ਸੋਸਾਈਟਲ ਵੇ ਆਫ ਲਾਈਫ ਸਟਾਈਲ ਜਿਹੜਾ ਸਾਨੂੰ ਪਹਿਲਾਂ ਤੋਂ ਦੱਸਿਆ ਜਾਂਦਾ ਹੈ ਨਾ। ਫੋਰ ਐਗਜ਼ਾਮਪਲ ਅਗਰ ਬਚਪਨ ਦੇ ਵਿੱਚ ਕੌਣ ਕੇਅਰ ਕਰਦਾ ਕਿ ਤੁਹਾਡੇ ਨਾਲ ਕੋਈ ਖੇਡੇ ਜਾਂ ਨਹੀਂ ਖੇਡੇ, ਤੁਸੀਂ ਅਗਰ ਤੁਹਾਡੇ ਮਨਪਸੰਦ ਦੀ ਚੀਜ਼ ਹੈਗੀ ਹੈ ਤੁਸੀਂ ਘੰਟਾ ਲੱਗੇ ਰਹਿੰਦੇ, ਪਰ ਪਿੱਛੇ ਸੁਣਨ ਨੂੰ ਕੀ ਮਿਲਦਾ, ਇਹ ਇਕੱਲੀ ਬੈਠੀ ਕੀ ਕਰੀ ਜਾਂਦੀ ਹੈ, ਇਹ ਜਾ ਕੇ ਬਾਹਰ ਕਿਸੇ ਹੋਰ ਨਾਲ ਖੇਡੇ, ਇਹਨੇ ਪੂਰੀ ਜ਼ਿੰਦਗੀ ਜੇ ਹੁਣ ਇਕੱਲੀ ਬੈਠੀ ਖੇਲੇਗੀ, ਇਕੱਲੀ ਪੂਰੀ ਜ਼ਿੰਦਗੀ ਇਹਨੇ ਇਕੱਲੇ ਹੀ ਰਹਿਣਾ। ਸੋ ਜਿਹੜੇ ਸਾਨੂੰ ਐਫਰਮੇਸ਼ਨਸ ਪਿੱਛੋਂ ਆਉਂਦੇ ਨੇ ਉਹ ਸਾਨੂੰ ਦੱਸਦੇ ਨੇ ਕਿ ਕੀ ਸਾਡੇ ਲਈ ਨੋਰਮ ਹੈਗਾ ਆ ਔਰ ਕੀ ਨੋਰਮ ਨਹੀਂ ਹੈਗਾ। ਫਰਜ਼ ਕਰੋ ਫੋਰ ਐਗਜ਼ਾਮਪਲ ਅਗਰ ਸਾਨੂੰ ਕੋਈ ਚੀਜ਼ ਪਸੰਦ ਹੈ ਜਾਂ ਨਹੀਂ ਪਸੰਦ, ਨਾ ਕਹਿਣਾ ਮਤਲਬ ਕਿ ਤੁਸੀਂ ਚੰਗੇ ਇਨਸਾਨ ਨਹੀਂ ਹੈਗੇ। ਇਹ ਇੱਕ ਤਰ੍ਹਾਂ ਦਾ ਮੈਸੇਜ ਦਿੱਤਾ ਜਾਂਦਾ ਹੈ ਨਾ। ਸੋ
ਜ਼ਿੰਦਗੀ ਦੇ ਵਿੱਚ ਫਿਰ ਵੱਡੇ ਹੋ ਕੇ ਕਿਸੇ ਨੂੰ ਨਾ ਕਿਸੇ ਚੀਜ਼ ਦਾ ਕਹਿਣ ਦੇ ਲਈ ਹਿੰਮਤ ਹੀ ਨਹੀਂ ਪੈਂਦੀ। ਇਹਦਾ ਮਤਲਬ ਹੁੰਦਾ ਕਿ ਉਹ ਜੇ ਮੈਂ ਨਾ ਕਹੂੰਗੀ ਜਾਂ ਕਹੂੰਗਾ, ਇਹਦਾ ਮਤਲਬ ਕਿ ਮੈਂ ਚੰਗਾ ਫੈਮਿਲੀ ਦਾ ਮੈਂਬਰ ਨਹੀਂ, ਜਾਂ ਇਹ ਮੈਂ ਰਿਸਪੈਕਟ ਨਹੀਂ ਕਰਦਾ, ਜਾਂ ਮੈਨੂੰ ਉਹ ਚੰਗਾ ਨਹੀਂ ਸਮਝਣਗੇ। ਸੋ ਇਹੀ ਮਾਈਂਡਸੈਟ ਲੈ ਕੇ ਜਦੋਂ ਅਸੀਂ ਆਪਣੇ ਨਾਲ ਟਾਈਮ ਸਪੈਂਡ ਕਰਨ ਦੀ ਗੱਲ ਕਰਦੇ ਹਾਂ, ਉਹ ਚੀਜ਼ ਨੂੰ ਹਵਾਲਾ ਨਹੀਂ ਦਿੱਤਾ ਜਾਂਦਾ, ਨਾ ਹੀ ਦਿੱਤਾ ਪਹਿਲਾਂ। ਹੁਣ ਤਾਂ ਜਿੱਦਾਂ ਕਿਹਾ ਕਿ ਜਿੱਦਾਂ ਅਸੀਂ ਖੁੱਲ੍ਹ ਰਹੇ ਹਾਂ, ਆਪਣੀ ਥੋੜ੍ਹਾ ਜਿਹਾ ਫਰੀਡਮ ਨੂੰ ਐਕਸਰਸਾਈਜ਼ ਕਰ ਰਹੇ ਹਾਂ, ਅਸੀਂ ਐਕਸਪਲੋਰ ਕਰ ਰਹੇ ਹਾਂ ਆਪਣੀ ਖੁਦ ਦੀ ਦੁਨੀਆ ਅੰਦਰ ਦੀ। ਪਰ ਅਕਸਰ ਅਸੀਂ ਖੁਦ ਦੇ ਨਾਲ ਬੈਠ ਕੇ ਇਹ ਨਹੀਂ ਦੇਖਦੇ ਕਿ ਸਾਡੀ ਅੰਦਰ ਦੀ ਦੁਨੀਆ ਦੇ ਵਿੱਚ ਕੀ ਹੋ ਰਿਹਾ, ਔਰ ਬਾਹਰ ਜੋ ਹੈਗਾ ਉਹਦੇ ਨਾਲ ਜ਼ਿਆਦਾ ਅਸੀਂ ਕਨੈਕਟ ਹੋ ਰਹੇ ਹਾਂ। ਸੋ ਜਿਹੜਾ ਬਾਹਰ ਦੀ ਦੁਨੀਆ ਨਾਲ ਕਨੈਕਸ਼ਨ, ਅਸੀਂ ਬਹੁਤ ਉਹਨੂੰ ਜਿਹੜਾ ਤਵੱਜੋ ਦਿੰਦੇ ਹਾਂ, ਉਹ ਅੰਦਰ ਦੀ ਜਿਹੜੀ ਸਾਡੀ ਇੰਟੂਇਸ਼ਨ ਆ ਜਾਂ ਸਾਡੀ ਅੰਦਰੂਨੀ ਆਵਾਜ਼ ਹੈਗੀ ਆ, ਉਹਨੂੰ ਅਸੀਂ ਦਬਾਉਂਦੇ ਰਹਿੰਦੇ ਹਾਂ। ਸੋ ਜਦੋਂ ਵੀ ਕੋਈ ਅਕੇਲਾਪਨ ਜਾਂ ਉਦਾਸੀ ਜਾਂ ਕਿਸੇ ਚੀਜ਼ ਦਾ ਅਸੀਂ ਸੋਗ ਮਨਾਉਂਦੇ ਹਾਂ, ਸਾਨੂੰ ਇਹ ਲੱਗਦਾ ਕਿ ਬਾਹਰੋਂ ਕੋਈ ਆ ਕੇ ਸਾਨੂੰ ਉਸ ਚੀਜ਼ ਨੂੰ ਆਰਾਮ ਦੇਏਗਾ। ਸੋ ਇਹ ਕੋਈ ਕਨਸੈਪਟ ਹੈ ਹੀ ਨਹੀਂ ਕਿ ਓਕੇ ਮੈਂ ਇਕੱਲਾ ਬੈਠ ਕੇ ਇਹ ਦੇਖਾਂ ਕਿ ਮੈਨੂੰ ਜਿਹੜੀ ਚੀਜ਼ ਦਾ ਦੁੱਖ ਹੈਗਾ ਉਹ ਕਿੱਥੋਂ ਆ ਰਿਹਾ ਆ, ਕਿਹੜੀ ਚੀਜ਼ ਤੋਂ ਮੈਨੂੰ ਇਹ ਰਿਐਕਸ਼ਨ ਪੈਦਾ ਹੋ ਰਿਹਾ ਹੈ। ਸੋ ਇਟਸ ਨਾਟ ਸਮਥਿੰਗ ਟਾਟ ਟੂ ਅਸ, ਇਟਸ ਨਾਟ ਅ ਗੋ ਟੂ ਥਿੰਗ। ਅਗਰ ਮੈਂ ਤੁਹਾਡੇ ਕੋਲ ਆਉਂਦੀ ਹਾਂ ਅਤੇ ਮੈਂ ਤੁਹਾਨੂੰ ਕਹਿੰਦੀ ਹਾਂ ਅੱਜ ਮੈਂ ਬਹੁਤ ਉਦਾਸ ਹਾਂ ਜੈਸਮੀਨ, ਨਾ ਤੁਸੀਂ ਕੀ ਕਹੋਗੇ, ਚੱਲ ਡਿੰਪਲ ਕੁਝ ਆਪਾਂ ਬਾਹਰ ਚੱਲਦੇ ਹਾਂ। ਯੂ ਵਿਲ ਨਾਟ ਐਡਵਾਈਸ ਮੀ, ਤੁਹਾਡਾ ਪਹਿਲਾ ਗੋ ਟੂ ਨਹੀਂ ਹੋਏਗਾ ਕਿ ਡਿੰਪਲ ਥੋੜ੍ਹਾ ਜਿਹਾ ਆਪਣੇ ਨਾਲ ਟਾਈਮ ਸਪੈਂਡ ਕਰ। ਬਿਲਕੁਲ, ਅਸੀਂ ਨਹੀਂ ਕਹਿੰਦੇ ਕਦੇ ਵੀ ਇਹ ਗੱਲ। ਅਸੀਂ ਕਹਿੰਦੇ ਨਹੀਂ, ਕਿਉਂਕਿ ਇਹ ਸਾਨੂੰ ਦੱਸਿਆ ਹੀ ਨਹੀਂ ਜਾਂਦਾ, ਸਿਖਾਇਆ ਨਹੀਂ ਜਾਂਦਾ। ਇਕੱਲਾ ਟਾਈਮ ਸਪੈਂਡ ਕਰਨਾ, ਅਸੀਂ ਕਹਿੰਦੇ ਕਿ ਜਿੰਨਾ ਤੁਸੀਂ ਟਾਈਮ ਇਕੱਲਾ ਸਪੈਂਡ ਕਰੋਗੇ ਉਨਾ ਤੁਹਾਡਾ ਦੁੱਖ ਹੋਰ ਵਧੂਗਾ। ਯੈਸ, ਹੈ ਨਾ, ਇਹੀ ਸੋਚ, ਇਹੀ ਸਾਡੀ ਮਾਨਤਾ ਹੈਗੀ ਹੈ ਨਾ। ਅਸੀਂ ਹਮੇਸ਼ਾ, ਜਿਵੇਂ ਤੁਸੀਂ ਕਿਹਾ ਨਾ, ਜੇ ਕੋਈ ਉਦਾਸ ਹੈ, ਮੈਂ ਉਦਾਸ ਹਾਂ, ਤੁਸੀਂ ਉਦਾਸ ਹੋ, ਅਸੀਂ ਕਿਸੇ ਕੋਲ ਜਾਂਦੇ ਤਾਂ ਅਗਲਾ ਕਹਿੰਦਾ ਇਕੱਲਾ ਨਾ ਬੈਠਿਆ ਕਰ, ਤੂੰ ਜਾ ਬਾਹਰ ਨਿਕਲ, ਘੁੰਮ ਫਿਰ, ਮੂਵੀ ਦੇਖਣ ਜਾ, ਦੋਸਤਾਂ ਨੂੰ ਮਿਲ। ਔਰ ਜਦੋਂ ਤੁਸੀਂ ਕੁਝ ਆਰਟੀਕਲਸ ਵੀ ਪੜ੍ਹਦੇ ਹੋ, ਉਹਨਾਂ 'ਚ ਵੀ ਇਹੀ ਸੁਜੈਸ਼ਨ ਦਿੱਤੇ ਜਾਂਦੇ ਆ ਵੀ ਜੇ ਤੁਸੀਂ ਲੋਨਲੀ ਫੀਲ ਕਰ ਰਹੇ ਹੋ, ਗੋ ਆਊਟ, ਫਰੈਂਡਸ ਨੂੰ ਮਿਲੋ। ਪਰ ਇਹ ਨਹੀਂ ਕਿਤੇ ਕਿਹਾ ਜਾਂਦਾ ਵੀ ਇਕੱਲੇ ਬੈਠੋ। ਪਰ ਮੈਂ ਇੱਕ ਆਰਟੀਕਲ ਪੜ੍ਹਿਆ ਸੀ ਡਿੰਪਲ, ਉਹਦੇ 'ਚ ਇਹ ਲਿਖਿਆ ਸੀਗਾ, ਕਹਿੰਦੇ ਵੀ ਜਦੋਂ ਤੁਸੀਂ ਇਕੱਲੇ ਬੈਠਦੇ ਹੋ ਨਾ, ਕਈ ਵਾਰੀ ਤੁਸੀਂ ਉਹਨਾਂ ਚੀਜ਼ਾਂ ਨੂੰ ਆਪਣੇ ਅੰਦਰੋਂ ਲੱਭ ਲੈਂਦੇ ਹੋ, ਉਸ ਲਾਈਟ ਨੂੰ ਆਪਣੇ ਅੰਦਰੋਂ ਲੱਭ ਲੈਂਦੇ ਹੋ ਜਿਹੜੇ ਤੁਹਾਨੂੰ ਪਤਾ ਹੀ ਨਹੀਂ ਹੁੰਦੀ ਕਿ ਤੁਹਾਡੇ ਅੰਦਰ ਇਹ ਚਿਣਗ ਵੀ ਹੈਗੀ ਹੈ, ਤੁਹਾਡੇ ਅੰਦਰ ਇਹ ਚੀਜ਼ ਵੀ ਹੈਗੀ ਹੈ। ਕਹਿੰਦੇ ਜਦੋਂ ਤੁਸੀਂ ਉਹਨੂੰ ਫਾਈਂਡ ਕਰ ਲੈਂਦੇ ਹੋ, ਉਹਨੂੰ ਤੁਸੀਂ ਲੱਭ ਲੈਂਦੇ ਹੋ, ਫਿਰ ਤੁਹਾਡੀ ਬੈਟਰੀ ਜਿਸ ਤਰ੍ਹਾਂ ਰੀਚਾਰਜ ਹੁੰਦੀ ਹੈ ਨਾ, ਫੋਨ ਦੀ ਬੈਟਰੀ, ਇੱਦਾਂ ਹੁੰਦਾ। ਐਬਸੋਲੂਟਲੀ। ਹੁਣ ਦੇਖੋ, ਤੁਸੀਂ ਬਹੁਤ ਹੀ ਵਧੀਆ ਗੱਲ ਇਹ ਕਹੀ ਆ। ਜਿੱਦਾਂ ਅਸੀਂ ਬਾਹਰ ਦੇ ਰੇਨਬੋ ਨੂੰ ਅਸੀਂ ਦੇਖਦੇ ਹਾਂ, ਦੇਖ ਕੇ ਸਾਨੂੰ ਖੁਸ਼ੀ ਹੁੰਦੀ ਹੈ ਨਾ, ਇੱਦਾਂ ਹੀ ਜਿਹੜੀ ਸਾਡੀ ਆਤਮਿਕ ਸ਼ਕਤੀ ਹੈਗੀ, ਉਹਦੀਆਂ 7 ਨੈਚੁਰਲ ਕੁਆਲਿਟੀਜ਼ ਨੇ ਜੋ ਕਿ ਸਾਡੇ ਸਾਰਿਆਂ ਦੇ ਵਿੱਚ ਹੈਗੀਆਂ ਨੇ, ਪਰ ਅਸੀਂ ਉਹਨਾਂ ਨੂੰ ਅੰਦਰੋਂ ਕਿਉਂ ਨਹੀਂ ਮਹਿਸੂਸ ਕਰਦੇ? ਕਿਉਂਕਿ ਅਫਕੋਰਸ ਅਸੀਂ ਸਾਡੀ ਜ਼ਿੰਦਗੀ ਦੇ ਐਕਸਪੀਰੀਐਂਸਿਸ ਦੇ ਜ਼ਰੀਏ ਉਹ ਚੀਜ਼ਾਂ ਨੂੰ ਅਸੀਂ ਦਬਾ ਦਿੰਦੇ ਹਾਂ, ਜੋ ਕਿ ਸਾਡੀ ਇੱਕ ਨੈਚੁਰਲ ਗੁਣ ਆ, ਉਹ ਅਸੀਂ ਉਹਨੂੰ ਅਪਣਾਉਂਦੇ ਨਹੀਂ, ਉਹ ਅਸੀਂ ਦੂਸਰਿਆਂ ਤੋਂ ਲੱਭਦੇ ਹਾਂ। ਫॉर एग्जांपल ਪਿਆਰ, ਖੁਸ਼ੀ, ਸ਼ਾਂਤੀ, ਨੈਚੁਰਲ ਨੌਲੇਜ, ਵਿਜ਼ਡਮ ਜਿਹੜੀ ਹੈਗੀ ਆ, ਉਹ ਸਾਡੀਆਂ ਹਰ ਇੱਕ ਇਕੱਲੇ ਇਨਸਾਨ ਦੀਆਂ ਨੈਚੁਰਲ ਕੁਆਲਿਟੀਜ਼ ਨੇ, ਪ੍ਰੋਵਾਈਡਡ ਕਿ ਅਸੀਂ ਇਕਾਂਤ ਦੇ ਵਿੱਚ ਬੈਠ ਕੇ ਉਸ ਵਿਜ਼ਡਮ ਦੇ ਅੰਦਰ ਟੈਪ ਇਨ ਕਰੀਏ। ਔਰ ਅਸੀਂ ਟੈਪ ਇਨ ਤਾਂ ਹੀ ਕਰ ਸਕਦੇ ਹਾਂ ਕਿ ਜਿੱਦਾਂ ਤੁਸੀਂ ਕਿਹਾ, ਇਕਾਂਤ ਦੇ ਵਿੱਚ ਬੈਠ ਕੇ। ਹਾਂ, ਅਸੀਂ ਇੱਕ ਇਹ ਵੀ ਮੈਂ ਮਿਥ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਸਾਨੂੰ ਲੱਗਦਾ ਕਿ ਜਦੋਂ ਅਸੀਂ ਇਕੱਲੇ ਬੈਠਦੇ ਹਾਂ ਅਤੇ ਅਸੀਂ ਸਾਡੇ ਸੋਚ ਜਿਹੜੀ ਹੈਗੀ ਲੜੀ, ਉਹ ਇੱਕ ਤੋਂ ਦੂਸਰੇ ਤੋਂ ਤੀਸਰੀ ਸ਼ੁਰੂ ਹੁੰਦੀ ਅਸੀਂ ਬਹੁਤ ਜ਼ਿਆਦਾ ਓਵਰ ਥਿੰਕਿੰਗ ਜਾਂ ਗਮੀ ਦੇ ਵਿੱਚ ਚਲ ਜਾਂਦੇ ਹਾਂ। ਵੈਲ ਹੇਅਰ ਇਜ਼ ਦ ਥਿੰਗ, ਉਹ ਆਲਰੇਡੀ ਉੱਥੇ ਹੈ। ਓਕੇ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਬੈਠੇ ਆ ਤਾਂ ਤੁਹਾਨੂੰ ਉਹ ਸ਼ੁਰੂ ਹੋ ਰਹੀ ਹੈ ਚੀਜ਼। ਔਨ ਦ ਕੰਟਰਰੀ, ਤੁਸੀਂ ਆਪਣੇ ਆਪ ਨੂੰ ਇੰਨਾ ਡਿਸਟਰੈਕਟ ਕਰ ਰਹੇ ਹੋ ਉਹ ਚੀਜ਼ ਜਿਹੜੀ ਉੱਥੇ ਆਲਰੇਡੀ ਹੈਗੀ ਆ, ਉਸ ਨੋਇਜ਼ ਨੂੰ ਦਬਾਉਣ ਦੇ ਲਈ, ਕਿਉਂਕਿ ਤੁਹਾਨੂੰ ਡਰ ਆ ਕਿ ਇਹ ਜੇ ਆਵਾਜ਼ ਮੈਨੂੰ ਆ ਰਹੀ ਆ, ਇਹ ਕਿੱਥੋਂ ਆ ਰਹੀ ਆ, ਕਿਉਂ ਆ ਰਹੀ ਆ। ਯੂ ਡੋਂਟ ਨੋ ਹਾਊ ਟੂ ਡੀਲ ਵਿਦ ਇਟ, ਯੂ ਡੋਂਟ ਨੋ ਹਾਊ ਟੂ ਹੈਂਡਲ ਇਟ, ਸੋ ਵਟ ਡੂ ਯੂ ਵਾਂਟ ਟੂ ਸ਼ਟ ਇਟ ਆਊਟ। ਤੁਸੀਂ ਉਹਨੂੰ ਤੋਂ ਪਰੇ ਆਪਣਾ ਛੁਟਕਾਰਾ ਪਾਉਣਾ ਚਾਹੁੰਦੇ ਹੋ, ਪਰ ਉਹ ਕਿਤੇ ਨਹੀਂ ਜਾਂਦੀ। ਐਜ਼ ਅ ਮੈਟਰ ਆਫ ਫੈਕਟ ਉਹ ਹੋਰ ਲਾਊਡ ਹੋ ਜਾਂਦੀ ਆ। ਪਰ ਫਿਰ ਵੀ ਜੇ ਤੁਸੀਂ ਕਾਮਯਾਬ ਹੋ ਜਾਂਦੇ ਆ ਉਸ ਆਵਾਜ਼ ਨੂੰ ਟਿਊਨ ਆਊਟ ਕਰਨ ਲਈ, well guess what, it still comes out of your body, but ਬਿਮਾਰੀ ਦੇ ਜ਼ਰੀਏ। ਹਰ ਇੱਕ ਚੀਜ਼ ਸਾਡੀ ਜੋ ਅਸੀਂ ਸਰੀਰ ਦੇ ਵਿੱਚ ਪਾਉਂਦੇ ਹਾਂ,
it has to release ਹੈ ਨਾ ਕਿਸੇ ਨਾ ਕਿਸੇ ਜ਼ਰੀਏ ਸੋ ਇਮੋਸ਼ਨਲੀ ਨਾਓ ਫਿਜ਼ੀਕਲੀ ਅਸੀਂ ਆਪਣੀ ਬਾਡੀ ਨੂੰ ਕਲੈਂਸ ਕਰਦੇ ਹਾਂ ਨੈਚੁਰਲੀ ਨੇਚਰ ਹੀ ਕਰਦਾ ਆ ਪਰ ਜਦੋਂ ਇਮੋਸ਼ਨਲੀ ਅਸੀਂ ਕਲੈਂਸ ਨਹੀਂ ਕਰਦੇ ਔਰ ਜਿਹੜੇ ਇਮੋਸ਼ਨਲ ਵੂੰਡਸ ਨੂੰ ਅਸੀਂ ਜ਼ਿੰਦਗੀ ਦੇ ਵਿੱਚ ਲੈ ਕੇ ਚੱਲਦੇ ਹਾਂ ਉਹਦਾ ਜਿਹੜਾ ਬਰਡਨ ਅਸੀਂ ਆਪਣੇ ਸਰੀਰ 'ਤੇ ਕੈਰੀ ਕਰਦੇ ਹਾਂ ਉਹਨੇ ਆਪਣੇ ਆਪ ਹੀ ਆਟੋਮੈਟਿਕਲੀ ਸਰੀਰ ਦੇ ਜ਼ਰੀਏ ਬਿਮਾਰੀ ਦੇ ਜ਼ਰੀਏ ਆਪਣਾ ਜ਼ਰੀਆ ਲੱਭ ਲੈਣਾ ਬਾਹਰ ਆਉਂਦਾ ਨਾ ਹੁਣ ਜਿੱਦਾਂ ਇਮੋਸ਼ਨਸ ਦੀ ਗੱਲ ਕਰਦੇ ਤੁਸੀਂ ਗੁੱਸੇ ਦੀ ਗੱਲ ਕਰਦੇ ਆ ਗੁੱਸੇ ਨੂੰ ਅਸੀਂ ਕਿੰਨਾ ਨਕਾਰਦੇ ਆ ਕਿੰਨਾ ਉਹਨੂੰ ਕਹਿੰਦੇ ਕਿ ਇਹ ਬੰਦਾ ਬਹੁਤ ਗੁੱਸੇ ਵਾਲਾ ਆ ਇਹ ਤੋਂ ਬਚ ਕੇ ਰਹੋ ਪਰ ਇਹ ਨਹੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਉਹਦੇ ਵਿੱਚ ਗੁੱਸਾ ਹੈ ਪਰ ਡੀਪ ਗੁੱਸਾ ਤਾਂ ਸਿਰਫ ਇੱਕ ਸਾਨੂੰ ਉੱਪਰ ਦਿਸਦਾ ਪਰ ਜੋ ਉਹਦੀ ਲੇਅਰਸ ਥੱਲੇ ਤੱਕ ਹੈਗੀਆਂ ਡੀਪ ਸੈਡਨੈਸ ਔਰ ਸੋਰੋ ਦੀਆਂ ਉਹ ਤੇ ਕਦੀ ਅਸੀਂ ਤਵੱਜੋ ਹੀ ਨਹੀਂ ਦਿੱਤਾ ਕਿ ਬੰਦਾ ਕਿੰਨਾ ਇਹ ਆਪਣੇ ਆਪ ਦੇ ਵਿੱਚ ਸੈਡ ਹੈਗਾ ਆ ਨਾ ਦੁਖੀ ਹੈਗਾ ਆ ਬੜੀ ਵਾਰੀ ਸੋਸਾਇਟੀ ਇਹ ਟੈਗ ਲਗਾ ਦਿੰਦੀ ਹੈ ਵੀ ਇਹ ਤਾਂ ਹਮੇਸ਼ਾ ਇਕੱਲਾ ਹੀ ਜਦੋਂ ਦੇਖੋ ਇਹ ਵਾਕ ਵੀ ਡਿੰਪਲ ਇਕੱਲੇ ਕਰਨ ਜਾਂਦਾ ਹੈ ਇਹ ਮੂਵੀ ਵੀ ਇਕੱਲੇ ਦੇਖਣ ਜਾਂਦੀ ਹੈ ਇਹ ਸ਼ਾਪਿੰਗ ਵੀ ਜਦੋਂ ਦੇਖੋ ਇਕੱਲੇ ਕਰ ਰਹੀ ਹੁੰਦੀ ਹੈ ਲੱਗਦਾ ਬੜੀ ਇਕੱਲੀ ਹੈ ਜਾਂ ਬੜਾ ਇਕੱਲਾ ਹੈ ਨਾ ਜਦੋਂ ਅਸੀਂ ਇਕੱਲੇ ਬੈਠਦੇ ਹਾਂ ਬੜੀ ਵਾਰੀ ਜਿਵੇਂ ਤੁਸੀਂ ਬੜੇ ਖੂਬਸੂਰਤ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਕਿ ਸਾਨੂੰ ਅੰਦਰੋਂ ਆਵਾਜ਼ਾਂ ਸੁਣਦੀਆਂ ਸਾਨੂੰ ਸਾਡੇ ਥਾਟਸ ਜਿਹੜੇ ਨੇ ਉਹ ਆ ਜਾਂਦੇ ਨੇ ਅਸੀਂ ਬਹੁਤ ਜ਼ਿਆਦਾ ਗੱਲਾਂ ਸੋਚਣ ਲੱਗ ਜਾਂਦੇ ਹਾਂ ਕਈ ਵਾਰੀ ਪਾਸਟ ਦੀਆਂ ਸੋਚਣ ਲੱਗ ਜਾਂਦੇ ਹਾਂ ਕਈ ਵਾਰੀ ਆਪਣੇ ਫਿਊਚਰ ਬਾਰੇ ਚਿੰਤਤ ਹੋ ਜਾਂਦੇ ਹਾਂ ਤਾਂ ਅਸੀਂ ਕੀ ਕਰਦੇ ਹਾਂ ਵੀ ਉਸ ਆਵਾਜ਼ ਨੂੰ ਬੰਦ ਕਰਨ ਵਾਸਤੇ ਉੱਠ ਕੇ ਆਪਣੇ ਆਪ ਨੂੰ ਬਿਜ਼ੀ ਕਰ ਲੈਂਦੇ ਹਾਂ ਉੱਠ ਕੇ ਕੁਕਿੰਗ ਕਰਨੀ ਸ਼ੁਰੂ ਕਰਤੀ TV ਚੈਨਲ ਲਗਾ ਲਿਆ ਕੋਈ ਬੁੱਕ ਪੜ੍ਹਨ ਲੱਗ ਗਏ ਪਰ ਉਹ ਆਵਾਜ਼ ਤਾਂ ਬੰਦ ਨਹੀਂ ਹੋਈ ਨਾ ਉਹਨੂੰ ਅਸੀਂ ਦਬਾਤਾ ਉਹ ਆਵਾਜ਼ ਅੰਦਰ ਹੀ ਹੈ ਔਰ ਤੁਸੀਂ ਬੜੀ ਪਿਆਰੀ ਗੱਲ ਕਹੀ ਹੈ ਕਿ ਜਦੋਂ ਉਹ ਆਵਾਜ਼ ਨੂੰ ਜਿੰਨਾ ਚਿਰ ਅਸੀਂ ਖ਼ਤਮ ਨਹੀਂ ਕਰਦੇ ਉਹਨੂੰ ਰਿਲੀਜ਼ ਨਹੀਂ ਕਰਦੇ ਉਹ ਸਾਡੇ 'ਤੇ ਹੀ ਬੈਕਫਾਇਰ ਕਰ ਸਕਦੀ ਹੈ ਬਿਮਾਰੀਆਂ ਦੇ ਰੂਪ ਦੇ ਵਿੱਚ ਬਾਹਰ ਆ ਸਕਦੀ ਹੈ ਸਟ੍ਰੈਸ ਦੇ ਰੂਪ ਵਿੱਚ ਬਾਹਰ ਆ ਸਕਦੀ ਹੈ ਡਿਪਰੈਸ਼ਨ ਦੇ ਰੂਪ 'ਚ ਬਾਹਰ ਆ ਸਕਦੀ ਹੈ ਕਿਵੇਂ ਰਿਲੀਜ਼ ਕੀਤਾ ਜਾਏ ਉਸ ਚੀਜ਼ ਨੂੰ ਜਦੋਂ ਅਸੀਂ ਬੈਠੇ ਹਾਂ ਸਾਨੂੰ ਪਤਾ ਹੈ ਕਿ ਸਾਡੇ ਅੰਦਰ ਇਹ ਸਾਰੀ ਖਲਬਲੀ ਜਿਹੜੀ ਹੈ ਮਚੀ ਹੋਈ ਹੈ ਕੱਢਿਆ ਕਿਵੇਂ ਜਾਏ ਫਰਜ਼ ਕਰੋ ਅਗਰ ਇਸ ਚੀਜ਼ ਨੂੰ ਅਸੀਂ ਦੇਖਿਆ ਜਾਵੇ ਕਿ ਹੁਣ ਵੈਸੇ ਫਿਜ਼ੀਕਲੀ ਸਾਨੂੰ ਕੋਈ ਵੀ ਚੋਟ ਅੱਗੇ ਦਿਖਾਈ ਦਿੰਦੀ ਹੈ ਨਾ ਸੋ ਜਦੋਂ ਫਿਜ਼ੀਕਲ ਚੋਟ ਸਾਨੂੰ ਦਿਸਦੀ ਆ ਅਸੀਂ ਉਸ 'ਤੇ ਮਲਹਮ ਲਾਉਂਦੇ ਹਾਂ ਉਹਨੂੰ ਪੂਰਾ ਟਾਈਮ ਦਿੰਦੇ ਹਾਂ ਕਿ ਉਹ ਘਾਵ ਭਰ ਜਾਵੇ ਹੈ ਨਾ ਪਰ ਜੇ ਅਸੀਂ ਉਸ ਦਾ ਖਿਆਲ ਨਹੀਂ ਰੱਖਦੇ ਭਾਵੇਂ ਕੋਈ ਵੀ ਨਾਲ ਆਉਂਦਾ ਜਾਂਦਾ ਉਸ ਨੂੰ ਥੋੜ੍ਹਾ ਜਿਹਾ ਟੱਚ ਵੀ ਨਹੀਂ ਹਜੇ ਕਰਦਾ ਅਸੀਂ ਆਟੋਮੈਟਿਕਲੀ ਪਰੇ ਹੋ ਜਾਂਦੇ ਕਿ ਨਹੀਂ ਮੇਰੇ ਆਹ ਹੱਥ ਦੁਖਦਾ ਆ ਤੂੰ ਪਰੇ ਹੋ ਕੇ ਦੀ ਨਿਕਲਣਾ ਅਸੀਂ ਉਹਦੇ ਬਾਰੇ ਕੁਝ ਕਰਦੇ ਹਾਂ ਸਿਮਿਲਰਲੀ ਜਦੋਂ ਅਸੀਂ ਆਪਣੇ ਅੰਦਰ ਦਾ ਜਿਹੜਾ ਸ਼ੋਰ ਉਹਨੂੰ ਸ਼ਾਂਤ ਕਰਨਾ ਆ ਸ਼ਾਂਤ ਕਰਨ ਤੋਂ ਬਜਾਏ ਪਹਿਲਾਂ ਉਹਨੂੰ ਇਹ ਅਸੀਂ ਦੇਖਣਾ ਆ ਪਰਖਣਾ ਹੈ ਕਿ ਅੰਦਰ ਹੋ ਕੀ ਰਿਹਾ ਔਰ ਕਿਉਂ ਹੋ ਰਿਹਾ ਔਰ ਕਿਹੜੀ ਇਹ ਚੀਜ਼ ਹੈਗੀ ਹੈ ਜਿਹੜੀ ਕਿ ਮੈਨੂੰ ਮੇਰੇ ਇਕੱਲੇਪਨ ਤੋਂ ਮੈਨੂੰ ਰੋਕ ਰਹੀ ਆ ਕਿਉਂਕਿ ਜਿਹੜਾ ਇਕੱਲਾਪਨ ਸੋਲੀਟਿਊਡ ਹੈਗਾ ਆ ਇਟਸ ਬਿਊਟੀਫੁਲ ਉਹਦੇ ਵਿੱਚ ਤੁਹਾਨੂੰ ਦੇਖੋ ਜਿੱਦਾਂ ਅਸੀਂ ਕਿਹਾ ਨਾ ਕਿ ਅੰਦਰ ਹੀ ਇੱਕ ਗੋਦਾਮ ਹੈਗਾ ਤੁਹਾਡੀ ਵਿਜ਼ਡਮ ਦਾ ਜਿਹੜੇ ਵਿੱਚ ਤੁਹਾਡੇ ਹਰ ਇੱਕ ਪ੍ਰੋਬਲਮਸ ਦੀ ਸੋਲੂਸ਼ਨਸ ਹੈਗੀ ਆ ਕ੍ਰੀਏਟੀਵਿਟੀ ਜਿਹੜੀ ਤੁਹਾਡੀ ਹੈਗੀ ਆ ਉਸ ਨੂੰ ਜਾਗਰਿਤ ਕਰਦੀ ਆ ਪਰ ਉਸ ਨੂੰ ਆਪਣੇ ਜਿਹੜਾ ਛਲਕਦਾਪਨ ਹੈਗਾ ਆ ਉਸ ਨੂੰ ਕਿੱਦਾਂ ਠਹਿਰਾਵ 'ਤੇ ਲੈ ਕੇ ਆਉਣਾ ਫੋਰ ਐਗਜ਼ਾਮਪਲ ਹਰ ਇੱਕ ਚੀਜ਼ ਜੋ ਵੀ ਤੁਸੀਂ ਕਰਦੇ ਆ ਉਹਦੇ ਪਿੱਛੇ ਕੋਈ ਨਾ ਕੋਈ ਇੱਕ ਡੀਪ ਰੂਟਡ ਸੋਚ ਹੁੰਦੀ ਜੋ ਕਿ ਅਸੀਂ ਆਪਣੇ ਪ੍ਰਤੀ ਆਪਣੇ ਆਪ ਦੇਖਦੇ ਹਾਂ ਆਪਣੇ ਆਪ ਨੂੰ ਦੇਖਦੇ ਹਾਂ ਔਰ ਉਹ ਸ਼ੁਰੂ ਹੁੰਦੀ ਹੈ ਤੁਹਾਡੇ ਬਚਪਨ ਤੋਂ ਇਟਸ ਲਾਈਕ ਤੁਸੀਂ ਕੁਛ ਕਰਦੇ ਆ ਤੁਹਾਨੂੰ ਮੈਸੇਜਿੰਗ ਮਿਲਦੀ ਆ ਔਰ ਤੁਸੀਂ ਆਪਣੇ ਬਾਰੇ ਉਹ ਮਾਨਿਅਤਾ ਬਣਾ ਲੈਂਦੇ ਆ ਫੋਰ ਐਗਜ਼ਾਮਪਲ ਮਾਂ ਅੱਜ ਇੱਕ ਨਵੀਂ ਮਾਂ ਆ ਉਹਦੇ 2 ਬੱਚੇ ਹੈਗੇ ਨੇ ਔਰ ਗੁੱਸੇ ਦੇ ਵਿੱਚ ਆਬਵੀਅਸਲੀ ਉਹ ਥੱਕੀ ਹਾਰੀ ਉਹਦੇ ਸਰੀਰ ਵੀ ਦੁੱਖ ਰਿਹਾ ਆ ਸੋ ਉਸ ਫਰਸਟ੍ਰੇਸ਼ਨ ਦੇ ਵਿੱਚ ਉਹ ਬੱਚਿਆਂ ਨੂੰ ਡਾਂਟ ਦਿੰਦੀ ਆ ਬੱਚਿਆਂ ਨੂੰ ਡਾਂਟਿਆ ਔਰ ਬੱਚਿਆਂ ਨੇ ਇਹ ਨਹੀਂ ਸੋਚਣਾ ਕਿ ਮੰਮੀ ਥੱਕੇ ਹੋ ਆ ਜਾਂ ਉਹਨਾਂ ਨੂੰ ਹੈਲਪ ਚਾਹੀਦੀ ਆ ਜਾਂ ਉਹ ਖੁਦ ਫਰਸਟ੍ਰੇਟਡ ਹੈਗੇ ਆ ਤਾਂ ਉਹਨਾਂ ਨੇ ਸਾਨੂੰ ਡਾਂਟ ਮਾਰੀ ਉਹਨਾਂ ਦੀ ਮਾਨਿਅਤਾ ਆਪਣੇ ਬਾਰੇ ਇਹ ਬਣਦੀ ਆ ਓ ਦੇਅਰਸ ਸਮਥਿੰਗ ਰੋਂਗ ਵਿਦ ਮੀ ਮੰਮੀ ਅਸੀਂ ਮੰਮੀ ਨੂੰ ਖੁਸ਼ ਨਹੀਂ ਕਰ ਸਕਦੇ ਸਾਡੇ ਕਰਕੇ ਉਹ ਦੁਖੀ ਆ ਇਹਦਾ ਮਤਲਬ ਮੇਰੇ ਵਿੱਚ ਹੀ ਕੁਛ ਨਾ ਕੁਛ ਖਰਾਬੀ ਆ ਸੋ ਉਹ ਖਰਾਬੀ ਨੂੰ ਉਹ ਸਹੀ ਕਰਨ ਦੇ ਲਈ to become good ਹੁਣ ਆਪਣੇ ਬਾਰੇ ਉਹ ਆਪਣੇ ਆਪ ਨੂੰ maybe they think that I'm a bad child ਤਾਂ good ਬਣਾਉਣ ਲਈ ਕੀ ਕਰੋਗੇ they will overdo they will overextend themselves ਕਿਉਂ because they want to make their parent happy ਨਾ ਸੋ ਕਹਿਣ ਦਾ ਭਾਵ ਕਿ ਇੱਕ ਕਿਹਾ ਹੋਇਆ ਕਿਸੇ ਦਾ ਸ਼ਬਦ
ਕੁਛ ਕੀਤਾ ਹੋਇਆ ਕਿਸੇ ਦਾ ਐਕਸ਼ਨ ਬਚਪਨ ਦੇ ਵਿੱਚ ਜਾਂ ਕਿਤੇ ਵੀ ਸਾਡੀ ਡਿਵੈਲਪਮੈਂਟ ਦੇ ਵਿੱਚ, ਉਹ ਸਾਡੀ ਆਪਣੀ ਖੁਦ ਦੀ ਮਾਨਤਾ ਬਣ ਜਾਂਦੀ ਆ, ਪਰ ਹੁਣ ਅਸੀਂ ਉਹਨੂੰ ਨਹੀਂ ਪਛਾਣਦੇ। ਸੋ ਮਾਨਤਾ ਹੁਣ ਐਜ਼ ਐਨ ਐਡਲਟ ਅਸੀਂ ਲੈ ਕੇ ਬੈਠਦੇ ਹਾਂ ਕਿ ਆਈ ਐਮ ਨਾਟ ਗੁੱਡ ਇਨਫ, ਮੈਂ ਕਦੀ ਕੁਛ ਸਹੀ ਕਰ ਹੀ ਨਹੀਂ ਸਕਦੀ ਜ਼ਿੰਦਗੀ ਦੇ ਵਿੱਚ, ਮੇਰੇ ਖਾਤਰ ਦੂਸਰਿਆਂ ਨੂੰ ਦੁੱਖ ਮਿਲਦਾ ਆ। ਸੋ ਸ਼ਾਇਦ ਤਾਂ ਹੀ ਮੈਂ ਪਿਆਰ ਦੇ ਕਾਬਿਲ ਨਹੀਂ। ਕਿਉਂਕਿ ਮੈਂ ਅਗਰ ਪਿਆਰ ਦੇ ਕਾਬਿਲ ਹੁੰਦੀ ਤਾਂ ਮੈਂ ਸਾਰਿਆਂ ਨੂੰ ਪਿਆਰ ਕਰਦੀ, ਪਰ ਮੈਨੂੰ ਵਾਪਸ ਕੋਈ ਨਹੀਂ ਕਰਦਾ ਜਿੱਦਾਂ ਮੈਂ ਚਾਹੁੰਦੀ ਹਾਂ, ਮੈਨੂੰ ਕੋਈ ਅਪਰੀਸ਼ੀਏਟ ਨਹੀਂ ਕਰਦਾ, ਮੈਨੂੰ ਕਦੀ ਕੋਈ ਚੰਗੀ ਗੱਲ ਆ ਕੇ ਨਹੀਂ ਕਹਿੰਦਾ ਨਾ। ਸੋ ਇਹ ਮਾਨਤਾ ਲੈ ਕੇ ਜਦੋਂ ਤੁਸੀਂ ਕੋਈ ਵੀ ਕੰਮ ਕਰੋਗੇ, ਨੈਚੁਰਲੀ ਤੁਹਾਡੇ ਅੰਦਰ ਕੀ ਹੋਏਗਾ, ਦੁੱਖ ਭਰਿਆ ਹੋਏਗਾ ਨਾ। ਸੋ ਹੁਣ ਜਦੋਂ ਇਹ ਦੁੱਖ ਟ੍ਰਿਗਰ ਹੁੰਦਾ ਆ, ਮਤਲਬ ਸੀ ਕੋਈ ਵੀ ਜ਼ਖਮ, ਕੋਈ ਵੀ ਆਇਆ ਗਿਆ, ਉਹਦੇ ਨਾਲ ਉਹਨੇ ਦੁੱਖ ਨੇ ਟ੍ਰਿਗਰ ਹੋਣਾ। ਸੋ ਤੁਹਾਡਾ ਅਗਰ ਤੁਹਾਨੂੰ ਗੁੱਸਾ ਆਇਆ ਜਾਂ ਫਰਸਟ੍ਰੇਸ਼ਨ ਹੋਈ, ਇਹ ਤੁਹਾਡਾ ਇੱਕ ਸੰਕੇਤ ਹੈਗਾ ਆ ਕਿ ਤੁਹਾਡਾ ਗੁੱਸਾ ਆਉਣਾ ਮਤਲਬ ਤੁਹਾਡੇ ਅੰਦਰ ਹੁਣ ਕੁਛ ਹੈਗਾ ਜਿਹੜਾ ਕਿ ਤੁਹਾਨੂੰ ਉਹਨੂੰ ਅਟੈਂਸ਼ਨ ਦੀ ਜ਼ਰੂਰਤ ਹੈ। ਸੋ ਉਸ ਟਾਈਮ ਆਪਣੇ ਨਾਲ ਬੈਠੋ, ਚਾਹ ਦਾ ਕੱਪ ਚਾਹੇ ਬਣਾ ਕੇ, TV ਲਾਉਣ ਦੇ ਬਜਾਏ ਕਿਤੇ ਬਾਹਰ ਆਪਣੀ ਗਾਰਡਨ 'ਚ ਬੈਠ ਕੇ ਜਾਂ ਘਰ ਦੇ ਕੋਈ ਕੰਫਰਟੇਬਲ ਕੋਨੇ 'ਤੇ ਹੀ ਬੈਠ ਕੇ ਇਕਾਂਤ ਦੇ ਵਿੱਚ ਇਮੈਜਿਨ ਕਰੋ ਕਿ ਤੁਹਾਡਾ ਉਹ ਹਿੱਸਾ ਤੁਹਾਡੇ ਨਾਲ ਬੈਠਾ ਆ ਜੋ ਕਿ ਜਿਹਨੂੰ ਗੁੱਸਾ ਚੜ੍ਹਦਾ ਹਮੇਸ਼ਾ ਨਾ, ਛੋਟੀ ਛੋਟੀ ਗੱਲ ਤੋਂ ਗੁੱਸਾ ਚੜ੍ਹਦਾ। ਹੁਣ ਦੇਖੋ ਆਪਾਂ ਆਪਣੇ ਦੋਸਤਾਂ ਨੂੰ ਵੀ ਕਾਫੀ ਜਾਂ ਟੀ 'ਤੇ ਬੁਲਾਈਦਾ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰੀਦੀ ਆ। ਹੁਣ ਇਮੈਜਿਨ ਕਰੋ ਕਿ ਤੁਹਾਡਾ ਸਪੈਸ਼ਲ ਗੈਸਟ ਹੈ, ਤੁਸੀਂ ਆਪਣੇ ਆਪ ਨੂੰ ਤੁਸੀਂ ਕਾਫੀ 'ਤੇ ਬੁਲਾਇਆ, ਔਰ ਕਿਆ, ਔਰ ਇਮੈਜਿਨ ਕਰੋ ਕਿ ਉਹ ਇੱਕ ਫਰੈਂਡ ਹੈ ਜਿਹਨੇ ਤੁਹਾਨੂੰ ਹੁਣੀ ਫੋਨ ਕੀਤਾ ਹੈ ਔਰ ਕਿਹਾ ਮੈਨੂੰ ਬਹੁਤ ਗੁੱਸਾ ਆਇਆ ਇਸ ਵੇਲੇ ਆਇਆ, ਉਹਨੇ ਜੋ ਵੀ ਸਿਚੁਏਸ਼ਨ ਹੈਗੀ ਆ, ਔਰ ਤੁਸੀਂ ਉਸਨੂੰ ਕਿਹਾ ਕਿ ਦੈਟਸ ਓਕੇ, ਥੋੜ੍ਹੀ ਜਿਹੀ ਸ਼ਾਂਤ ਹੋ ਕੇ ਮੈਂ ਚਾਹ ਰੱਖਦੀ ਹਾਂ, ਆ ਕੇ ਆਪਾਂ ਗੱਲ ਕਰਦੇ ਹਾਂ, ਰਾਈਟ। ਐਂਡ ਦੈਨ ਉਸ ਆਪਣੇ ਪਾਰਟ 'ਤੇ ਨਾ ਉਸ ਹਿੱਸੇ ਦੇ ਨਾਲ ਗੱਲਬਾਤ ਕਰੋ ਕਿ ਚੱਲ ਦੱਸ ਹੁਣ ਤੈਨੂੰ ਗੁੱਸਾ ਆਇਆ, ਕਾਹਤੇ ਗੁੱਸਾ ਆਇਆ, ਤੂੰ ਹਮੇਸ਼ਾ ਇੱਦਾਂ ਹੀ ਗੁੱਸਾ ਕਰ ਲੈਂਦੀ ਹੈ, ਛੋਟੀ ਛੋਟੀ ਕਿਸੇ ਦੀ ਗੱਲ ਕਹੇ 'ਤੇ ਨਾ, ਪਰ ਅਸਲ ਦੇ ਵਿੱਚ ਕੀ ਗੱਲ ਆ ਮੈਨੂੰ ਦੱਸ। ਆਪਣੇ ਆਪ ਨਾਲ ਗੱਲਾਂ ਕਰੋ, ਆਪਣੇ ਆਪ ਦੇ ਨਾਲ, ਔਰ ਕੁਐਸਚਨ ਪੁੱਛੋ। ਹੁਣ ਵੈਸੇ ਕਿ ਜੋ ਤੁਸੀਂ ਆਹ ਕੁਐਸਚਨ ਪੁੱਛੇ ਕਿ ਤੇ ਅਸਲੀ ਗੱਲ ਤਾਂ ਦੱਸ ਨਾ ਕੀ ਆ, ਕਿਹੜੀ ਗੱਲ ਦਾ ਤੈਨੂੰ ਦੁੱਖ ਆ। ਔਰ ਤੁਸੀਂ ਨੋਟਿਸ ਕਰੋਗੇ ਉਸ ਵੇਲੇ ਕਿ ਜਾਂ ਤਾਂ ਤੁਹਾਨੂੰ ਰੋਣਾ ਸ਼ੁਰੂ ਆਏਗਾ, ਜਾਂ ਤੁਹਾਡੇ ਅੰਦਰ ਇੱਦਾਂ ਦੇ ਉਹ ਭਾਵਨਾਵਾਂ ਜਾਗਣਗੀਆਂ ਕਿ ਜਿਹੜੀਆਂ ਤੁਸੀਂ ਕਦੀ ਮਹਿਸੂਸ ਪਹਿਲਾਂ ਆਪਣੇ ਆਪ ਨੂੰ ਕਰਨ ਹੀ ਨਹੀਂ ਦਿੱਤੀਆਂ ਨਾ। ਸੋ ਜਦੋਂ ਉਹ ਤੁਹਾਡੇ ਨਾਲ ਹੁੰਦਾ, ਤੁਸੀਂ ਉਸ ਵੇਲੇ ਆਪਣੇ ਆਪ ਲਈ ਸਪੇਸ ਕ੍ਰੀਏਟ ਕਰੋ, ਕੰਪੈਸ਼ਨੇਟ ਸਪੇਸ ਕਿ ਕੋਈ ਗੱਲ ਨਹੀਂ, ਰੋਲਾ ਪਰ ਤੂੰ ਇਹ ਮੈਨੂੰ ਦੱਸ ਕਿ ਹੁਣ ਤੈਨੂੰ ਕਿਹੜੀ ਗੱਲ ਦਾ ਗੁੱਸਾ ਔਰ ਕਿਹੜੀ ਗੱਲ ਦਾ ਤੈਨੂੰ ਗਮੀ ਆ। ਸੋ ਹੌਲੀ ਹੌਲੀ ਵੈਸੇ ਜੋ ਵੀ ਤੁਹਾਨੂੰ ਜਵਾਬ ਆਏਗਾ, ਫਿਰ ਉਸ ਲੜੀ ਤੋਂ ਕੁਐਸਚਨ ਦੀ ਲੜੀ ਸ਼ੁਰੂ ਕਰੋ। ਚੱਲ ਠੀਕ ਆ, ਉਹ ਤਾਂ ਮੰਨ ਲਿਆ, ਪਰ ਹੁਣ ਕੀ, ਅੱਗੇ ਕੀ। ਸੋ ਅਗਰ ਜਵਾਬ ਆਇਆ ਕਿ ਮੈਨੂੰ ਕੋਈ ਪਿਆਰ ਨਹੀਂ ਕਰਦਾ, ਅੱਛਾ ਕਿੱਦਾਂ, ਕੀ ਮਤਲਬ ਤੈਨੂੰ ਕੋਈ ਪਿਆਰ ਨਹੀਂ ਕਰਦਾ। ਸੋ ਜੋ ਵੀ ਹੁਣ ਅੱਗੇ ਤੁਹਾਨੂੰ ਜਵਾਬ ਆਏਗਾ, ਸੋ ਐਟ ਦੀ ਐਂਡ ਕਹਿਣ ਦਾ ਮੇਰਾ ਮਤਲਬ ਇਹ ਆ ਕਿ ਇਹ ਕਿਸੇ ਬਾਰੇ ਕਦੀ ਵੀ ਹੁੰਦਾ ਹੀ ਨਹੀਂ, ਇਹ ਹਮੇਸ਼ਾ ਸਾਡੇ ਆਪਣੇ ਬਾਰੇ ਹੁੰਦਾ ਆ ਨਾ। ਸੋ ਹੁਣ ਅਗਰ ਐਂਡ 'ਤੇ ਇਹ ਆਉਂਦਾ ਕਿ ਮੈਨੂੰ ਆਪਣੇ ਆਪ ਨੂੰ ਨਹੀਂ ਲੱਗਦਾ ਕਿ ਮੈਂ ਗੁੱਡ ਇਨਫ ਆ, ਕਿ ਮੈਂ ਕਦੀ ਵੀ ਕੁਛ ਚੰਗਾ ਕੰਮ ਕਰ ਸਕਦੀ ਹਾਂ ਜਾਂ ਕਰ ਸਕਦਾ ਹਾਂ, ਜਾਂ ਉਹਨਾਂ ਦੀਆਂ ਉਮੀਦਾਂ 'ਤੇ ਖੜਾ ਹੋ ਪਾ ਸਕਦਾ ਹਾਂ, ਜਾਂ ਖੜੀ ਹੋ ਪਾ ਸਕਦੀ ਹਾਂ। ਫਿਰ ਤੁਸੀਂ ਵਾਪਸ ਇਹ ਆਓ ਕਿ ਅੱਛਾ ਤੂੰ ਮੈਨੂੰ ਆਪਣੇ ਆਪ ਨੂੰ ਕਿ ਮੈਨੂੰ ਇਹ ਗੱਲ ਦੱਸੋ ਕਿ ਕਦੋਂ ਸਭ ਤੋਂ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਨਾ। ਦੂਸਰਿਆਂ ਤੋਂ ਜੇ ਪਿਆਰ ਐਕਸਪੈਕਟ ਕਰਨਾ, ਉਹ ਉਹਨਾਂ ਦੀ ਆਪਣੀ ਭਾਵਨਾਵਾਂ ਨੇ, ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਪਿਆਰ ਦੇ ਕਾਬਿਲ ਨਹੀਂ ਨਾ। ਅਗਰ ਤੁਸੀਂ ਕੀਤਾ ਆ ਜਾਂ ਕਰਦੇ ਹੋ, ਇਹਦਾ ਮਤਲਬ you're more than enough, ਐਂਡ ਜੋ ਵੀ ਤੁਸੀਂ ਉਸ ਵੇਲੇ ਕਰ ਸਕਦੇ ਸੀਗੇ ਤੁਸੀਂ ਇਨਫ ਕੀਤਾ ਨਾ। ਸੋ ਆਪਣੇ ਆਪ ਨੂੰ ਇੱਕ ਤਰ੍ਹਾਂ ਦਾ ਪਰਸਪੈਕਟਿਵ ਬਦਲਣਾ ਆ, ਇਹ ਸਮਝਾਉਣਾ ਹੈ ਕਿ you were, are and will always be good enough। ਔਰ ਜਦੋਂ ਆਪਣੇ ਆਪ ਨੂੰ ਇਹ ਸਵਾਲ ਪੁੱਛਾਂਗੇ ਬੈਠ ਕੇ, ਆਪਣੇ ਆਪ ਦੇ ਨਾਲ ਚਾਹ ਦਾ ਕੱਪ ਪੀਵਾਂਗੇ, ਤੇ ਜਿਵੇਂ ਤੁਸੀਂ ਦੱਸਿਆ ਕਿ ਸਵਾਲ ਦੇ ਵਿੱਚੋਂ ਫਿਰ ਸਵਾਲਾਂ ਦੀ ਲੜੀ ਜਿਹੜੀ ਉਹ ਨਿਕਲਦੀ ਆਏਗੀ, ਸ਼ਾਇਦ ਉਹ ਚੀਜ਼ ਵੀ ਰਿਲੀਜ਼ ਹੋ ਜਾਏ ਜਿਹੜੀ ਸਾਡੇ ਅੰਦਰ ਹੈਗੀ ਹੈ। ਇਹੀ ਐਕਚੁਅਲੀ ਰਿਲੀਜ਼ਿੰਗ ਹੈਗੀ ਹੈ ਨਾ। ਹੁਣ ਦੇਖੋ ਅਗਰ ਤੁਹਾਡਾ ਕੱਪ ਭਰਿਆ ਆ, ਤੁਸੀਂ ਉਸਨੂੰ ਹੌਲੀ ਹੌਲੀ ਸੂਈ ਤਰ੍ਹਾਂ ਰਿਲੀਜ਼ ਕਰੋਗੇ, ਜੋ ਵੀ ਨਿਕਲੇਗਾ ਇਟ ਇਜ਼ ਰਿਲੀਜ਼ਿੰਗ।
ਸੋ ਇਹਦਾ ਮਤਲਬ ਇਹ ਨਹੀਂ ਕਿ ਦਰਦ ਚਲਾ ਗਿਆ, ਪਰ ਇਹਦਾ ਮਤਲਬ ਕਿ ਪ੍ਰੋਸੈਸ ਤੁਹਾਡੀ ਸ਼ੁਰੂ ਹੋ ਚੁੱਕੀ। ਔਰ ਤੁਸੀਂ ਇੱਕ ਵਾਰੀ ਇੱਦਾਂ ਕਰੋਗੇ ਤੁਹਾਨੂੰ ਸ਼ਾਇਦ ਅਜੀਬ ਲੱਗੇਗਾ, ਪਰ ਤੁਸੀਂ ਦੂਸਰੀ ਵਾਰੀ ਕਰੋਗੇ, ਤੀਸਰੀ ਵਾਰੀ ਕਰੋਗੇ, ਚੌਥੀ ਪੰਜਵੀਂ ਵਾਰ ਤੁਸੀਂ ਇੱਕਦਮ ਲਾਈਟ ਈਜ਼ੀ ਮਹਿਸੂਸ ਕਰੋਗੇ। ਤੁਹਾਨੂੰ ਸ਼ਾਇਦ ਰੋਣਾ ਵੀ ਨਹੀਂ ਆਏਗਾ, ਸ਼ਾਇਦ ਤੁਹਾਨੂੰ ਇਹ ਵੀ ਆਗਾਜ਼ ਹੋਏਗਾ ਕਿ ਉਹ ਤਾਂ ਮੈਨੂੰ ਤਾਂ ਐਕਚੁਅਲੀ ਪਰਵਾਹ ਹੀ ਨਹੀਂ ਕਿ ਦੂਸਰਾ ਬੰਦਾ ਮੈਨੂੰ ਕੀ ਕਵੇ ਚਾਹੇ ਨਾ ਕਵੇ। ਇਟਸ ਆਲ ਅਬਾਊਟ ਕਿ ਮੈਂ ਆਪਣੀਆਂ ਭਾਵਨਾਵਾਂ ਨੂੰ, ਮੈਂ ਆਪਣੇ ਡਿਜ਼ਾਇਰਸ ਨੂੰ ਕਦੀ ਤਵੱਜੋ ਹੀ ਨਹੀਂ ਦਿੱਤਾ। ਸੋ ਹੁਣ ਪੁੱਛੋ ਕਿ ਹਾਊ ਡੂ ਯੂ ਵਾਂਟ ਟੂ ਬੀ ਲਵਡ, ਹੈ ਨਾ? ਕਿਹੜੀਆਂ ਚੀਜ਼ਾਂ ਤੁਹਾਨੂੰ ਖੁਸ਼ੀ ਦਿੰਦੀਆਂ? Well, dancing, I love dancing. Okay, well, let's take dancing classes, right? So it's a friendship ਜੋ ਤੁਸੀਂ ਆਪਣੇ ਨਾਲ create ਕਰਦੇ ਆ। Having a conversation, ਅਸੀਂ ਆਪਣੇ ਆਪ ਨਾਲ ਗੱਲ ਹਮੇਸ਼ਾ ਕਰ ਰਹੇ ਹਾਂ, 24 ਘੰਟੇ ਸਾਡੀ ਗੱਲ ਹੋ ਰਹੀ ਆ, ਪਰ ਹੁਣ ਅਸੀਂ consciously, awareness ਦੇ ਨਾਲ actually ਉਸ ਜਿਹੜੀ ਤੁਹਾਡੀ ਨੈਗੇਟਿਵਿਟੀ ਦੀ ਵੋਇਸ ਹੈਗੀ ਆ, ਅਸੀਂ ਉਸ ਨੂੰ ਇਨਵੈਲੀਡੇਟ ਨਹੀਂ ਕਰਨਾ, ਉਸ ਨੂੰ ਐਕਸੈਪਟ ਕਰਨਾ। ਉਹਨੂੰ ਇਹ ਨਹੀਂ ਕਹਿਣਾ ਨਾ ਇੱਦਾਂ ਤਾਂ ਨਹੀਂ ਮਹਿਸੂਸ ਕਰੀਦਾ, ਇਹ ਗਲਤ ਹੈ। ਨੋ, ਕਿਉਂਕਿ ਜੋ ਹੈ ਸੋ ਵਾਈ ਨਾਟ ਐਕਸੈਪਟਡ, ਪਰ ਦੂਸਰੀ ਉਸ ਨੂੰ ਦਿਸ਼ਾ ਦਿਓ। ਡਿੰਪਲ, ਜਦੋਂ ਵੀ ਤੁਸੀਂ ਸ਼ੋਅ ਦੇ ਵਿੱਚ ਆਉਂਦੇ ਹੋ, ਜਿਹੜੀਆਂ ਗੱਲਾਂ ਆਫ ਏਅਰ ਵੀ ਹੁੰਦੀਆਂ ਨੇ ਨਾ, ਮੇਰਾ ਬੜਾ ਜੀ ਕਰਦਾ ਹੁੰਦਾ ਵੀ ਉਹ ਵੀ ਲਿਸਨਰਸ ਤੱਕ ਪਹੁੰਚਣ, ਕਿਉਂਕਿ ਉਹਨਾਂ ਦੇ ਵਿੱਚ ਇੰਨੀਆਂ ਟਿਪਸ ਛੁਪੀਆਂ ਹੁੰਦੀਆਂ, ਉਹਨਾਂ ਦੇ ਵਿੱਚ ਇੰਨੀਆਂ ਚੀਜ਼ਾਂ ਛੁਪੀਆਂ ਹੁੰਦੀਆਂ। ਜਿਵੇਂ ਆਪਾਂ ਹੁਣੇ ਗੱਲ ਕਰ ਰਹੇ ਸੀਗੇ, ਸਵਾਲ ਤਾਂ ਮੈਂ ਤੁਹਾਨੂੰ ਇਹ ਪੁੱਛਣਾ ਸੀ ਵੀ ਇਕੱਲੇ ਸਮਾਂ ਬਿਤਾਉਣ ਦਾ ਕੀ ਫਾਇਦਾ ਹੁੰਦਾ, ਪਰ ਮੈਨੂੰ ਹੁਣ ਇਹ ਲੱਗ ਰਿਹਾ ਵੀ ਸਵਾਲ ਜਿਹੜਾ ਅਸੀਂ ਆਫ ਏਅਰ ਡਿਸਕਸ ਕਰ ਰਹੇ ਸੀ, ਆਪਾਂ ਉਹਨੂੰ ਕੰਟੀਨਿਊ ਕਰੀਏ। ਠੀਕ ਜੀ। ਅੱਛਾ ਡਿੰਪਲ, ਜਿਹੜੀ ਆਪਾਂ ਗੱਲ ਕਰਦੇ ਸੀਗੇ ਵੀ ਕਈ ਵਾਰੀ ਸਾਡੇ ਅੰਦਰ ਇੰਨਾ ਕੁਛ ਹੁੰਦਾ, ਬੜੀਆਂ ਸੱਟਾਂ ਹੁੰਦੀਆਂ, ਬੜੇ ਜ਼ਖਮ ਹੁੰਦੇ ਆ, ਅਸੀਂ ਸ਼ੋਅ ਨਹੀਂ ਕਰਦੇ ਕਿਸੇ ਨੂੰ ਜੀ। ਕੀ ਸਾਨੂੰ ਪ੍ਰੋਟੈਕਟ ਕਰਨਾ ਆਉਂਦਾ ਆਪਣੇ ਜ਼ਖਮਾਂ ਨੂੰ? ਅਸੀਂ ਸਿੱਖ ਲੈਂਦੇ ਹਾਂ ਆਪਣੇ ਆਪ ਨੂੰ ਇੰਨਾ ਖੁਸ਼ ਰੱਖਣ ਦਾ ਕਿ ਉਹ ਖੁਸ਼ ਰੱਖਣ ਦੇ ਲਈ ਸਾਨੂੰ ਬਹੁਤ ਕੁਛ ਦਬਾ ਕੇ ਰੱਖਣਾ ਪੈਂਦਾ, ਕਿਉਂਕਿ ਉਹ ਐਕਸੈਪਟਡ ਨਹੀਂ ਹੈਗਾ ਨਾ। ਜਦੋਂ ਅਸੀਂ ਪਿਛਲੇ ਦੇਖਿਆ ਕਿ ਗਰੋਇੰਗ ਅਪ ਡਿਊਰਿੰਗ ਆਰ ਚਾਈਲਡਹੁੱਡ, ਜੋ ਅਸੀਂ ਮਾਨਤਾ ਆਪਣੇ ਬਾਰੇ ਬਣਾ ਲੈਂਦੇ ਹਾਂ, ਉਹਨਾਂ ਨੂੰ ਅੱਗੇ ਵਧਾਉਣ ਦੇ ਲਈ, ਆਪਣੇ ਆਪ ਨੂੰ ਅੱਗੇ ਵਧਾਉਣ ਦੇ ਲਈ ਅਸੀਂ ਕੋਪਿੰਗ ਮੈਕੈਨਿਜ਼ਮ ਜਿਹੜੇ ਹੈਗੇ ਉਹ ਅਡੈਪਟ ਕਰ ਲੈਂਦੇ ਹਾਂ, ਔਰ ਹਮੇਸ਼ਾ ਹੈਲਥੀ ਨਹੀਂ ਹੁੰਦੇ ਸਾਡੇ ਲਈ। ਔਰ ਉਹਨਾਂ 'ਚੋਂ ਇੱਕ ਇਹ ਵੀ ਹੈਗਾ ਕਿ ਅਸੀਂ ਆਪਣੇ ਆਲੇ ਦੁਆਲੇ ਇੱਦਾਂ ਦੀਆਂ ਦੀਵਾਰਾਂ ਬਣਾ ਲੈਂਦੇ ਤਾਂ ਕਿ ਕੋਈ ਉਹ ਅੱਗੇ ਆ ਹੀ ਨਾ ਸਕੇ, ਉਹ ਦੁੱਖ ਨੂੰ ਮਹਿਸੂਸ ਹੀ ਨਾ ਕਰ ਸਕੇ, ਕਿਉਂਕਿ ਸਾਨੂੰ ਲੱਗਦਾ ਕਿ ਜਿਹੜੇ ਸਾਡੇ ਇਮੋਸ਼ਨਸ ਹੈਗੇ ਨੇ ਉਹ ਸ਼ਾਇਦ ਵੈਲਿਡ ਹੀ ਨਹੀਂ ਹੈਗੇ, ਅਸੀਂ ਗਲਤ ਹੈਗੇ ਹਾਂ ਉਹਨਾਂ ਨੂੰ ਮਹਿਸੂਸ ਕਰਦੇ ਹੋਏ ਵੀ, ਕਿਉਂਕਿ ਸਾਡੇ ਕੋਲ ਕੋਈ ਰੀਜ਼ਨ ਹੀ ਨਹੀਂ ਅਸੀਂ ਇੱਦਾਂ ਮਹਿਸੂਸ ਕਰੀਏ, ਕਿਉਂ ਕਰ ਰਹੇ ਹਾਂ ਨਾ। ਸੋ ਅਕਸਰ ਉਸ ਚੀਜ਼ ਨੂੰ ਸੰਭਾਲਣ ਦੇ ਲਈ, ਆਪਣੇ ਆਪ ਨੂੰ ਸੰਭਾਲਣ ਦੇ ਲਈ ਅਸੀਂ ਬਹੁਤ ਕੁਝ ਕਰਦੇ ਹਾਂ। ਇਟਸ ਲਾਈਕ ਹੁਣ ਜਦੋਂ ਆਪਣੀ ਸੈਲਫ ਹੀਲਿੰਗ ਜਾਂ ਅਸੀਂ ਆਪਣੇ ਨਾਲ ਟਾਈਮ ਬਿਤਾਉਣਾ ਸ਼ੁਰੂ ਕਰਦੇ ਹਾਂ, ਇਟਸ ਲਾਈਕ ਐਨ ਅਨੀਅਨ। ਇੱਕ ਤੁਸੀਂ ਲੇਅਰ ਨੂੰ ਪੀਲ ਕਰਦੇ ਹੋ, ਹੌਲੀ ਕਿੰਨੀ ਲੇਅਰਸ ਨਿਕਲ ਜਾਂਦੀਆਂ, ਔਰ ਉੱਦਾਂ ਹੀ ਸਾਡੀ ਸਾਈਕੀ ਜਿਹੜੀ ਹੈਗੀ ਆ ਅੰਦਰ, ਇਮੋਸ਼ਨਲ ਸਾਡੀ ਵੈਲਬੀਇੰਗ ਜਿਹੜੀ ਹੈਗੀ ਆ ਉਹ ਇੱਦਾਂ ਹੀ ਆ। ਤੁਸੀਂ ਇੱਕ ਲੜੀ ਨੂੰ ਫੜਦੇ ਹੋ, ਉਹਦੇ ਨਾਲ ਦੂਸਰੀ ਲੜੀ, ਤੀਸਰੀ ਲੜੀ, ਚੌਥੀ ਲੜੀ, ਇਹੀ ਤਾਂ ਹੀਲਿੰਗ ਹੈਗੀ ਹੈ ਨਾ। ਸੋ ਔਰ ਇਹ ਸਾਨੂੰ ਇਹਦੇ ਬਾਰੇ ਅਸੀਂ ਇਹਨੂੰ ਹਵਾਲਾ ਨਹੀਂ ਦਿੰਦੇ, ਕਿਉਂਕਿ ਇਟ ਇਨਵੋਲਵਸ for us to be someone different, ਕਿਉਂਕਿ ਜੋ ਇਨਸਾਨ ਅਸੀਂ ਸੀਗੇ ਜਿਨ੍ਹਾਂ ਨੇ ਆਪਣੀ ਪ੍ਰੋਬਲਮਸ ਨੂੰ ਹੈਂਡਲ ਉਸ ਵੇਲੇ ਕਰਨਾ ਸੀਗਾ, ਉਹ ਸਾਡੇ ਨਾਲ ਸਾਡੀ ਹੀਲਿੰਗ ਤੋਂ ਬਾਅਦ ਨਹੀਂ ਆ ਸਕਦੇ, because that person is different than the person who is healed now. For example, ਜਦੋਂ ਤੁਸੀਂ ਹੀਲ ਹੋ ਜਾਂਦੇ ਹੋ, ਤੁਸੀਂ ਸਮਝ ਲੈਂਦੇ ਆ ਆਪਣੇ ਆਪ ਦੇ ਵਿੱਚ ਕਿ ਮੈਨੂੰ ਨਾ ਕਹਿਣ ਦੇ ਵਿੱਚ ਕੋਈ ਖਰਾਬੀ ਨਹੀਂ ਹੈਗੀ। ਐਜ਼ ਅ ਮੈਟਰ ਆਫ ਫੈਕਟ, ਜਦੋਂ ਮੈਂ ਕਿਸੇ ਚੀਜ਼ ਨੂੰ ਵੀ ਨਾ ਕਹਿੰਦੀ ਜੋ ਮੇਰੇ ਲਈ ਸਹੀ ਨਹੀਂ ਮੈਨੂੰ ਲੱਗਦਾ, ਜੇ ਮੇਰੇ ਵੈਲਿਊਜ਼ ਦੇ ਪ੍ਰਤੀ ਨਹੀਂ ਸਹੀ ਹੈਗਾ, I am saying yes to myself. ਔਰ ਜਿੰਨੀ ਵਾਰੀ ਮੈਂ ਆਪਣੇ ਆਪ ਨੂੰ ਹਾਂ ਕਹਿੰਦੀ ਹਾਂ, ਮੈਂ ਆਪਣੀ ਆਤਮ ਸ਼ਕਤੀ ਨੂੰ ਵਧਾਉਂਦੀ ਹਾਂ, ਮੇਰਾ ਸੈਲਫ ਕੌਨਫੀਡੈਂਸ, ਮੇਰੀ ਸੈਲਫ ਐਸਟੀਮ ਜਿਹੜੀ ਹੈਗੀ ਆ, ਮੈਂ ਉਸ ਨੂੰ ਹੋਰ ਹਵਾਲਾ ਦਿੰਦੀ ਹਾਂ। ਔਰ ਜਿੰਨਾ ਮੇਰਾ ਸੈਲਫ ਕੌਨਫੀਡੈਂਸ ਵਧੇਗਾ, ਜਿੰਨੀ ਮੇਰੀ ਸੈਲਫ ਐਸਟੀਮ ਵਧੇਗੀ, I will have no problem ਜਿੱਥੇ ਵੀ ਬੈਠ ਕੇ I can eat by myself, ਕਿਉਂਕਿ ਮੈਨੂੰ ਦੂਸਰੇ ਇਨਸਾਨ ਦੀ ਵੈਲੀਡੇਸ਼ਨ ਦੀ ਜ਼ਰੂਰਤ ਹੀ ਨਹੀਂ, ਉਹਨਾਂ ਤੋਂ ਪਰਮਿਸ਼ਨ ਲੈਣ ਦੀ ਜ਼ਰੂਰਤ ਨਹੀਂ ਕਿ is it okay ਕਿ ਜੇ ਮੈਂ ਇੱਥੇ ਇਕੱਲੀ ਬੈਠੀ ਹਾਂ, are you okay with it? Societally ਤੁਹਾਨੂੰ ਤਾਂ ਨਹੀਂ ਕੋਈ ਕੁਛ ਵੀ ਆ ਕੇ ਕਹੂਗਾ ਨਾ। ਸੋ it doesn't, ਉਹਦਾ ਕੋਈ ਮਾਇਨੇ ਨਹੀਂ ਰਹਿ ਜਾਂਦਾ। ਸੋ ਜਦੋਂ ਕਿਸੇ ਕਹੇ ਹੋਏ ਦੇ ਸ਼ਬਦ ਤੁਹਾਡੇ ਅੰਦਰ ਉਹ ਘਰ ਨਹੀਂ ਬਣਾ ਰਹੇ, ਹੁਣ ਉਹ ਜਗ੍ਹਾ ਖਾਲੀ ਹੈ, ਹੁਣ ਉਹ ਜਗ੍ਹਾ ਖਾਲੀ ਹੈ, ਔਰ ਜਦੋਂ ਉੱਥੇ ਤੁਸੀਂ ਜਾਂਦੇ ਆ ਇੱਕਦਮ ਸ਼ਾਂਤੀ ਹੈ।
ਔਰ ਹੁਣ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਉਸ ਸ਼ਾਂਤ ਜਗ੍ਹਾ 'ਤੇ ਕੀ ਆਪਣੇ ਆਪ ਦੇ ਵਿੱਚ ਕਰਦੇ ਹੋ, ਕੀ ਤੁਸੀਂ ਤੁਹਾਨੂੰ ਹੋਰ ਕਿਹੜੀ ਚੀਜ਼ ਜਿਹੜੀ ਖੁਸ਼ੀ ਦਿੰਦੀ ਆ ਉਸ ਨੂੰ ਤੁਸੀਂ ਅਪਣਾਉਂਦੇ ਹੋ, ਜਿਵੇਂ ਇੱਕ ਖਾਲੀ ਬਾਗ ਹੈ, ਆਪਾਂ ਉਹਦੇ 'ਚ ਕੀ ਬੀਜਣਾ ਹੈਗਾ, ਕੀ ਹੁਣ ਇਹ ਸਾਡੇ ਬੀਜਣਾ ਤੇ ਡਿਪੈਂਡ ਹੈਗਾ। ਕਰਦਾ। ਜੀ, ਐਗਜ਼ੈਕਟਲੀ। ਜੀ, ਜੀ। ਔਰ ਔਨ ਦ ਔਰ ਜਦੋਂ ਤੁਸੀਂ ਉਹ ਬਾਗ ਲਗਾਉਂਦੇ ਵੀ ਹੋ, ਉੱਥੇ ਤੁਸੀਂ ਕਿੰਨੀ ਵਾਰੀ ਬਾਰ-ਬਾਰ ਜਾਂਦੇ ਹੋ, ਉਹਦੀ ਤੁਸੀਂ ਦੇਖਭਾਲ ਕਿੰਨੀ ਕਰਦੇ ਹੋ, ਕਿੰਨਾ ਉਹਨੂੰ ਤੁਸੀਂ ਪਾਣੀ ਦਿੰਦੇ ਹੋ। ਅਗਰ ਤੁਸੀਂ ਲਾਉਂਦੇ ਵੀ ਹੋ, ਪਾਣੀ ਨਹੀਂ ਦਿੰਦੇ, ਉਹਨੂੰ ਨਰਚਰ ਨਹੀਂ ਫਾਇਦਾ ਕਰਦੇ, ਉਹ ਫਿਰ ਉਹ ਵੀਡਸ ਵਗੈਰਾ ਸਾਰਾ ਵਾਪਸ ਆਉਣਾ ਸ਼ੁਰੂ ਹੋ ਜਾਂਦਾ ਨਾ। ਸੋ ਇਹ ਤੁਹਾਡੀ ਡੇਲੀ ਰੂਟੀਨ ਆ, ਇਹ ਲਾਈਫ ਸਟਾਈਲ ਇੱਕ ਤਰ੍ਹਾਂ ਦਾ ਬਣ ਜਾਂਦਾ ਕਿ ਜਿੱਥੇ ਤੁਸੀਂ ਸਵੇਰੇ ਉੱਠਦੇ ਕਾਹਤੇ ਕਹਿੰਦੇ ਕਿ ਪਹਿਲਾਂ ਤੁਸੀਂ ਪਾਠ ਕਰੋ ਜਾਂ ਮੈਡੀਟੇਸ਼ਨ ਦੇ ਵਿੱਚ ਬੈਠੋ, ਜਾਂ 5 ਮਿੰਟ ਆਪਣੇ ਤੁਸੀਂ ਅੱਖਾਂ ਬੰਦ ਕਰਕੇ ਅੰਦਰ ਆਪਣੇ ਆਪ ਦੇ ਨਾਲ ਵਿਜ਼ੂਅਲਾਈਜ਼ ਕਰੋ ਕਿ ਤੁਸੀਂ ਅੱਜ ਦਾ ਦਿਨ ਕਿੱਦਾਂ ਦਾ ਮਹਿਸੂਸ ਕਰਨਾ ਹੈ। ਇਟਸ ਨਾਟ ਕਿ ਐਕਸ਼ਨ ਬੇਸਡ ਕਿੱਦਾਂ ਪਲਾਨ ਕਰਨਾ, ਪਰ ਫੀਲਿੰਗਸ ਵਾਈਜ਼ ਕਿ ਤੁਸੀਂ ਕਿੱਦਾਂ ਮਹਿਸੂਸ ਕਰਨਾ। ਸੋ ਇਹਦਾ ਮਤਲਬ ਕਿ ਅਗਰ ਦਿਨ ਦੇ ਵਿੱਚ ਕੁਛ ਤੁਹਾਡੇ ਅਨੁਸਾਰ ਨਹੀਂ ਹੋ ਰਿਹਾ, ਤੁਸੀਂ ਫਿਰ ਵੀ ਖੁਸ਼ੀ ਉਹ ਕੰਮ ਕਰੋਗੇ ਜਿਹਦੇ ਵਿੱਚ ਤੁਹਾਨੂੰ ਆਈ ਡਾਇਵਰਜਨ ਆ ਗਈ ਹੈ ਨਾ। ਸੋ ਇਟਸ ਆਲ ਅਬਾਊਟ, ਦੇਖੋ ਇੱਕ ਜ਼ਿੰਦਗੀ ਹੈ ਤੁਹਾਡੀ, ਹੈ ਨਾ। ਹੁਣ ਤੁਸੀਂ ਆਪਾਂ ਨਵਾਂ ਘਰ ਵੀ ਬਣਾਉਂਦੇ ਹਾਂ, ਅਸੀਂ ਉਹਦੀ ਇੱਕ ਇੱਟ ਨੂੰ ਛਾਣ ਕੇ ਲਾਉਂਦੇ ਹਾਂ। ਸੋ ਸਿਮਿਲਰਲੀ ਇਹ ਤੁਹਾਡੀ ਜ਼ਿੰਦਗੀ ਹੈ, ਤੁਸੀਂ ਆਪਣੇ ਅੰਦਰ ਦੀ ਸੈਂਚੁਰੀ ਨੂੰ ਕਿੱਦਾਂ ਬਣਾਉਂਦੇ ਆ, ਕੀ ਕੰਸਟਰਕਟ ਕਰਦੇ ਆ, ਕੀ ਡੀਕਨਸਟਰਕਟ ਕਰਦੇ ਆ, ਕੀ ਤੁਸੀਂ ਲਰਨ ਕਰਦੇ ਆ ਔਰ ਕੀ ਅਨਲਰਨ ਕਰਦੇ ਆ, ਕੀ ਤੁਸੀਂ ਸਫਾਈ ਡੀਕਲਟਰ ਕਰਦੇ ਆ, ਉਹਦੇ ਵਿੱਚ ਕੀ ਨਵਾਂ ਰੱਖਦੇ ਆ, ਇਹ ਤੁਹਾਡੇ ਹੱਥ ਦੇ ਵਿੱਚ ਆ, ਇਹ ਤੁਹਾਡੇ ਕੰਟਰੋਲ ਦੇ ਵਿੱਚ ਆ। ਪਰ ਸੈਡ ਪਾਰਟ ਇਹ ਆ ਕਿ ਕਈ ਜਾਣੇ ਸਮਝਦੇ ਆ ਕਿ ਉਹਨਾਂ ਦੀ ਜ਼ਿੰਦਗੀ ਉਹਨਾਂ ਦੇ ਕੰਟਰੋਲ ਦੇ ਵਿੱਚ ਨਹੀਂ, ਕਿਉਂਕਿ ਉਹਨਾਂ ਦੇ ਮੁਤਾਬਿਕ ਨਹੀਂ ਚੱਲ ਰਹੀ ਹੁੰਦੀ। ਉਹਨਾਂ ਦੇ ਮੁਤਾਬਿਕ ਤਾਂ ਨਹੀਂ ਚੱਲ ਰਹੀ ਹੁੰਦੀ ਕਿਉਂਕਿ ਅੰਦਰ ਜੋ ਅਸੀਂ ਪਿੱਛੇ ਦਾ ਸਾਰਾ ਕੁਝ ਭਰਿਆ ਆ, ਉਹ ਅੱਜ ਤੱਕ ਵੀ ਅਸੀਂ ਨਾਲ ਲੈ ਕੇ ਤੁਰਦੇ ਹਾਂ। ਕਦੀ ਬੈਠ ਕੇ ਇਹ ਨਹੀਂ ਸੋਚਦੇ ਕਿ ਇਹ ਜੋ ਮੈਂ ਮਾਨਤਾ ਅੱਜ ਤੱਕ ਵੀ ਲਈ ਹੋਈ ਆ, ਜੋ ਮੇਰੇ ਦਾਦੇ ਪੜਦਾਦਿਆਂ ਉਹਨਾਂ ਦੀ ਸੀਗੀ, ਕਿ ਉਹ ਅੱਜ ਦੀ ਦੁਨੀਆ ਤੇ ਇਸ ਮੁਕਾਮ ਤੇ ਕੀ ਉਹ ਵੈਲਿਡ ਹੈਗੀ ਆ, ਹੈ ਨਾ। ਸੋ ਬੈਗੇਜ ਜਿਹੜਾ ਹੈਗਾ ਉਹ ਅਸੀਂ ਨਾਲ ਚੱਕਿਆ ਹੋਇਆ ਹੈ। ਉਸ ਬੈਗੇਜ ਦੇ ਵਿੱਚ ਜਿਹੜੀਆਂ ਨੈਗੇਟਿਵ ਚੀਜ਼ਾਂ ਨੇ ਉਹਨਾਂ ਨੂੰ ਰਿਮੂਵ ਕਰਨ ਦੀ ਤੇ ਰਿਲੀਜ਼ ਕਰਨ ਦੀ ਜ਼ਰੂਰਤ ਹੈ। ਜੋ ਟਾਕਸਿਕ ਨੇ, ਸੀ ਪੋਜ਼ਿਟਿਵ ਨੈਗੇਟਿਵ, ਕਿਸੇ ਲਈ ਜੋ ਪੋਜ਼ਿਟਿਵ ਆ ਦੂਸਰੇ ਲਈ ਨੈਗੇਟਿਵ ਹੈ, ਜੋ ਨੈਗੇਟਿਵ ਦੂਸਰੇ ਲਈ ਪੋਜ਼ਿਟਿਵ, ਪਰ ਤੁਹਾਡੇ ਲਈ ਕੀ ਟਾਕਸਿਕ ਹੈਗੀ ਆ। ਇਸ ਲਈ ਇਹ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਆਪਣੇ ਨਾਲ ਟਾਈਮ ਸਪੈਂਡ ਕਰਦੇ ਆ, ਤੁਸੀਂ ਆਪਣੇ ਬਾਰੇ ਜਾਣਦੇ ਆ, ਤੁਸੀਂ ਆਪਣੀਆਂ ਜੋ ਖੁਆਇਸ਼ਾਂ ਨੇ, ਜੋ ਤੁਹਾਡੀਆਂ ਡਿਜ਼ਾਇਰ ਨੇ, ਜੋ ਤੁਹਾਡੇ ਪਰਸਪੈਕਟਿਵਸ ਨੇ, ਜੋ ਤੁਹਾਡੀਆਂ ਬਿਲੀਵਸ ਹੈਗੇ ਨੇ, ਤੁਸੀਂ ਉਸ ਨੂੰ ਜਾਣਨਾ ਸ਼ੁਰੂ ਕਰਦੇ ਆ। ਫਿਰ ਉਸੇ ਬੇਸ 'ਤੇ ਅਗਰ ਤੁਸੀਂ ਖੁਦ ਨੂੰ ਜਾਣੋਗੇ, ਤੁਸੀਂ ਦੂਸਰੇ ਨੂੰ ਵੀ ਟੀਚ ਕਰ ਸਕਦੇ ਕਿ ਮੈਨੂੰ ਪਿਆਰ ਕਿੱਦਾਂ ਚਾਹੀਦਾ ਆ। ਤੁਹਾਡੀ ਲਵ ਲੈਂਗੁਏਜ ਡਿਫਰੈਂਟ ਹੈ, ਮੇਰੀ ਡਿਫਰੈਂਟ ਹੋ ਸਕਦੀ ਹੈ। ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਜੈਸਮਿਨ, ਆਈ ਲਵ ਕੁਆਲਿਟੀ ਟਾਈਮ, ਹੈ ਨਾ। ਤੁਸੀਂ ਮੈਨੂੰ ਗਿਫਟ ਜਿੰਨੇ ਮਰਜ਼ੀ ਦੇਈ ਜਾਓ, ਪਰ ਜੇ ਤੁਸੀਂ ਮੇਰੇ ਲਈ ਟਾਈਮ ਨਹੀਂ ਕੱਢਦੇ, ਮੈਨੂੰ ਇਹ ਲੱਗੇਗਾ ਕਿ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ। ਹਰ ਇੱਕ ਲਈ ਡੈਫੀਨੇਸ਼ਨ ਜਿਹੜੀ ਉਹ ਡੈਫੀਨੇਸ਼ਨ ਅਲੱਗ ਹੈ, ਔਰ ਇਸ ਲਈ ਇਹ ਬਹੁਤ ਜ਼ਰੂਰੀ ਕਿ ਤੁਸੀਂ ਆਪਣੀ ਡੈਫੀਨੇਸ਼ਨ ਨੂੰ ਜਾਣੋ, ਪਹਿਚਾਨੋ, ਪਰਖੋ, ਉਹਨੂੰ ਹੋਰ ਡਿਫਾਈਨ ਕਰੋ, ਤਾਂ ਕਿ ਤੁਸੀਂ ਦੂਸਰਿਆਂ ਦੇ ਨਾਲ ਹੈਲਥੀ ਬਾਉਂਡਰੀਜ਼ ਡਿਵੈਲਪ ਕਰ ਸਕੋ, ਔਰ ਖੁਦ ਦੇ ਨਾਲ ਵੀ। ਔਰ ਹਮੇਸ਼ਾ ਇਹ ਵੀ ਕਿਹਾ ਜਾਂਦਾ ਹੈ ਕਿ ਦੂਜਿਆਂ ਦੇ ਨਾਲ ਸਮਾਂ ਬਿਤਾਉਣ ਤੋਂ ਪਹਿਲਾਂ ਆਪਣੇ ਆਪ ਨੂੰ ਪਿਆਰ ਕਰਨਾ ਸਿੱਖੀਏ। ਮੈਨੂੰ ਲੱਗਦਾ ਅੱਜ ਦੇ ਸ਼ੋਅ ਨੂੰ ਆਪਾਂ ਇੱਥੇ ਹੀ ਰੈਪ ਅਪ ਕਰੀਏ ਡਿੰਪਲ, ਕਿ ਆਪਣੇ ਆਪ ਨਾਲ ਪਿਆਰ ਕਰਨਾ ਸਿੱਖੀਏ। ਤੇ ਜਿਹੜੇ ਚਾਹ ਦੇ ਕੱਪ ਦੀ ਐਗਜ਼ਾਮਪਲ ਦਿੱਤੀ ਹੈ, ਉਹ ਮੈਂ ਫਿਰ ਆਪਣੇ ਲਿਸਨਰਸ ਨੂੰ ਕਹੂੰਗੀ ਕਿ ਜ਼ਰੂਰ ਇਸ ਪ੍ਰੈਕਟਿਸ ਨੂੰ ਕਰਿਓ। ਸਾਨੂੰ ਦੱਸਿਓ ਵੀ ਕੀ ਮਿਲਿਆ ਤੁਹਾਨੂੰ ਆਪਣੇ ਅੰਦਰੋਂ, ਕੀ ਕੋਈ ਲਾਈਟ ਲੱਭੀ, ਤੁਹਾਡੀ ਜਿਹੜੀ ਬੈਟਰੀ ਹੈ ਉਹ ਰੀਚਾਰਜ ਹੋਈ। ਜਿਹੜਾ ਮੈਂ ਆਰਟੀਕਲ ਪੜ੍ਹਿਆ ਸੀ ਕਿ ਰੀਚਾਰਜ ਹੋ ਜਾਂਦੀ ਹੈ ਬੈਟਰੀ, ਹੋਈ ਰੀਚਾਰਜ। ਥੈਂਕ ਯੂ ਸੋ ਮਚ ਡਿੰਪਲ, ਬਹੁਤ ਖੂਬਸੂਰਤ ਗੱਲਾਂ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਦੱਸੀਆਂ ਨੇ, ਸਮਝਾਈਆਂ ਨੇ। ਉਮੀਦ ਕਰਦੇ ਹਾਂ ਵੀ ਬਹੁਤ ਸਾਡੇ ਲਿਸਨਰਸ ਲਈ ਬੈਨੀਫਿਟ ਹੋਣਗੀਆਂ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ।